हाँ जी स्टूडेंट्स, वेलकम टू नैशनल कोचिंग सेंटर मानसा। सो ਅੱਜ ਦੇ ਸੈਸ਼ਨ ਵਿੱਚ ਆਪਾਂ ਜੋ ਸੀਟੈਟ ਦਾ ਐਗਜ਼ਾਮ ਹੋਇਆ ਸੀਗਾ 7 ਫੈਬ ਨੂੰ, ਠੀਕ ਹੈ, ਸ਼ਿਫਟ 1 ਵਿੱਚ, ਯਾਨੀ ਕਿ ਪੇਪਰ 2 ਦਾ ਐਨਾਲਾਈਸਿਸ ਕਰਾਂਗੇ। ਉਹਦੇ ਵਿੱਚ ਦੋ ਲੈਂਗੁਏजेस ਸੀਗੀਆਂ, ਹਨਾ, L1 ਐਂਡ L2, ਦੋਨੋਂ ਹੀ ਇੰਗਲਿਸ਼ ਸੀਗੀਆਂ, ਬਟ ਉਹ ਪ੍ਰੈਫਰੇਬਲ ਸੀ ਕਿਨੇ ਲੈਂਗੁਏਜ 1 ਭਰੀ ਸੀ, ਕਿਨੇ ਲੈਂਗੁਏਜ 2 ਭਰੀ ਸੀ, ਠੀਕ ਹੈ। ਤਾਂ ਮੈਂ ਪੈਡਾਗੋਜੀ ਵਾਲਾ ਸੈਕਸ਼ਨ ਤੁਹਾਨੂੰ ਐਨਾਲਾਈਜ਼ ਕਰਵਾਉਂਗੀ ਵੀ ਕਿੱਦਾਂ ਦੇ ਕੁਐਸਚਨ ਉਹਦੇ ਵਿੱਚੋਂ ਆਪਾਂ ਨੂੰ ਫਰੇਮ ਹੋਏ। ਤਾਂ ਹਾਂਜੀ ਦੇਖਦੇ ਹਾਂ, ਦੇਖੋ ਵੈਰੀ ਫਸਟ ਕੁਐਸਚਨ, which of the following statement is not true of study about literary text in a language classroom? ਹੁਣ literary text ਕਿਹੜੇ ਹੁੰਦੇ ਆ? ਲਿਟਰੇਰੀ ਟੈਕਸਟ ਜਿਹੜੇ ਸਾਡੇ ਸਾਹਿਤ ਨਾਲ ਰਿਲੇਟਡ ਹੁੰਦੇ ਆ। ਕਹਿੰਦੇ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਉਹਦੇ ਬਾਰੇ ਨਾਟ ਟਰੂ ਹੈ, ਯਾਨੀ ਕਿ ਆਪਾਂ ਨੇ ਕੀ ਨਾਟ ਵਾਲੀ ਸਟੇਟਮੈਂਟ ਟਰੂ ਕਰਨੀ ਹੈ, ਹਨਾ। ਮਤਲਬ 3 ਸਟੇਟਮੈਂਟ ਆਪਾਂ ਨੂੰ ਟਰੂ ਦਿੱਤੀਆਂ ਹੋਣਗੀਆਂ ਜੇ ਉਹ ਇਹਦੇ ਨਾਲ ਰਿਲੇਟ ਕਰਨਗੇ, ਤੇ ਇੱਕ ਸਟੇਟਮੈਂਟ ਆਪਾਂ ਜਿਹੜੀ ਨਾਟ ਵਾਲੀ ਉਹ ਚੂਜ਼ ਕਰਨੀ ਹੈ। ਤਾਂ ਦੇਖੋ, ਲਿਟਰੇਰੀ ਟੈਕਸਟ ਡਿਵੈਲਪ ਕ੍ਰਿਟੀਕਲ ਥਿੰਕਿੰਗ, ਬਿਲਕੁਲ ਜਦੋਂ ਅਸੀਂ ਸਾਹਿਤ ਪੜਾਂਗੇ ਤਾਂ ਕ੍ਰਿਟੀਕਲ ਥਿੰਕਿੰਗ ਡਿਵੈਲਪ ਹੋਊਗੀ, ਆਲੋਚਨਾਤਮਕ ਸੋਚ, ਠੀਕ ਹੈ, ਤਾਂ ਇਹ ਆਪਸ਼ਨ ਨਹੀਂ ਆ ਸਕਦੀ। ਲਿਟਰੇਰੀ ਟੈਕਸਟ ਆਰ फॉर एप्रिसिएशन एंड एंजॉयमेंट, बिल्कुल ठीक है, साहित्य सानू एंजॉयमेंट भी मिलती है। लिटरेरी टेक्स्ट शुड बी यूज्ड टू टीच ग्रामर, नहीं, ये ऑप्शन ही अपना आंसर बनेगा, ठीक है। लिटरेरी टेक्स्ट आर कल्चरल इनपुट फॉर लैंग्वेज लर्निंग, क्यों? क्योंकि ਜਿਹੜੀ ਸਾਡੀ ਸਾਹਿਤ ਉਹਦੇ ਵਿੱਚ ਸਾਨੂੰ ਕਿਹੜਾ ਐਸਪੈਕਟ ਦੇਖਣ ਨੂੰ ਮਿਲਦਾ, ਸਾਡੇ ਕਲਚਰ ਦਾ ਐਸਪੈਕਟ ਦੇਖਣ ਨੂੰ ਮਿਲਦਾ। ਇਹ ਵਾਲੀ ਆਪਸ਼ਨ ਵੀ ਨਹੀਂ ਹੋਊਗੀ, ਤਾਂ ਆਪਸ਼ਨ ਕਿਹੜੀ ਹੋਊਗੀ ਜੀ ਸਾਡੇ ਕੋਲ? ਸੈਕਿੰਡ ਨੰਬਰ, ਥਰਡ ਨੰਬਰ ਆਪਸ਼ਨ ਸਾਡਾ ਆਨਸਰ ਬਣੂਗੀ, ਕਿਉਂਕਿ ਜਿਹੜੇ ਲਿਟਰੇਰੀ ਟੈਕਸਟ ਹੈ ਉਹਦੇ ਵਿੱਚ ਸਾਨੂੰ ਗ੍ਰਾਮਰ ਨਹੀਂ ਪੜਾਈ ਜਾਂਦੀ, ਉਹਦੇ ਵਿੱਚ ਆਪਾਂ ਆਈ ਨਹੀਂ ਦੇਖਦੇ ਵੀ ਅਸੀਂ ਗ੍ਰਾਮਰ ਸਿੱਖਣੀ ਉਹਦੇ ਵਿੱਚੋਂ। क्लियर है? अगला क्वेश्चन देखो 98, नवीन ऑफ क्लास 6 struggles with reading the text, the teacher gives him simpler text to read, जो टीचर है ਉਹਨੂੰ छोटे छोटे सिंपल सेंटेंसेस दे रही है रीड ਕਰਨ ਨੂੰ, ठीक है। she conduct share reading, और shared reading sessions ਲੈ ਰਹੀ ਹੈ ਬੱਚਿਆਂ ਦੇ for him, the support provided by the teacher, ਇੱਥੇ ਜਿਹੜਾ ਟੀਚਰ ਆ support provide ਕਰ ਰਹੀ ਹੈ ਉਹ ਕੀ ਹੈ? ਹਾਂਜੀ, ਕੀ ਆਨਸਰ ਆਊਗਾ? बहुत ही कॉमन है, की आऊगा ਇਹਦੇ ਵਿੱਚ ਆਨਸਰ ਆਪਣੇ ਕੋਲ ਸਕੈਫੋਲਡਿੰਗ। ਆਈਸ ਬ੍ਰੇਕਿੰਗ ਨਹੀਂ ਆਉਂਦਾ। ਬ੍ਰੇਨਸਟੌਰਮ ਤਾਂ ਤਾਂ ਹੁੰਦਾ ਜੇ ਉਹਨੂੰ ਉਹ ਕਹਿ ਦਿੰਦੀ ਵੀ ਕਿਸੇ ਟੌਪਿਕ ਬਾਰੇ ਤੁਸੀਂ ਆਪ ਆਈਡੀਆ ਸੋਚੋ, ਤਾਂ ਬੱਚਾ ਬ੍ਰੇਨਸਟੌਰਮ ਕਰ ਰਿਹਾ ਹੁੰਦਾ ਇਹਦੇ ਵਿੱਚ, ਠੀਕ ਹੈ। ਰੀਡਿੰਗ ਰੈਡੀਨੈਸ ਵੀ ਨਹੀਂ ਹੋਗੀ, ਤਾਂ ਆਨਸਰ ਕੀ ਬਣ ਗਿਆ ਇਹਦੇ ਵਿੱਚ ਆਪਣੇ ਕੋਲ? ਸਕੈਫੋਲਡਿੰਗ, ਕਿਉਂਕਿ ਸਕੈਫੋਲਡਿੰਗ ਕੀ ਹੁੰਦੀ ਹੈ ਜੀ? ਸਾਡੇ ਕੋਲ ਟੈਂਪਰੇਰੀ ਹੈਲਪ ਜਿਹੜੀ ਦਿੱਤੀ ਜਾਂਦੀ ਹੈ, ठीक है जी। ਅੱਗੇ ਦੇਖੋ, which approach to a language teaching learning believes language is a habit, ਇਹਨਾਂ ਵਿੱਚੋਂ ਕਿਹੜੀ ਅਪਰੋਚ ਬਿਲੀਵ ਕਰਦੀ ਹੈ ਵੀ ਜਿਹੜੀ ਸਾਡੀ ਲੈਂਗੁਏਜ ਉਹ ਕੀ ਹੁੰਦੀ ਹੈ? ਇੱਕ ਸਾਡੀ ਹੈਬਿਟ ਹੁੰਦੀ ਹੈ, ਇਮੀਟੇਟ ਕਰਦੇ ਹਾਂ ਅਸੀਂ ਜਿਹਦੇ ਵਿੱਚ। ਹਾਂਜੀ, ਕੀ ਆਪਸ਼ਨ ਆਊਗਾ? ਤਾਂ ਇਹਦੇ ਵਿੱਚ ਤੁਹਾਡਾ ਆਨਸਰ ਬਣਨਾ ਸੀ ਜੀ ਆਡੀਓ ਲਿੰਗੁਇਜ਼ਮ। ਕੀ ਆਨਸਰ ਬਣਨਾ ਸੀ ਇਹਦੇ ਵਿੱਚ? ਆਡੀਓ ਲਿੰਗੁਇਜ਼ਮ। ਕਿਉਂ? ਕਿਉਂਕਿ ਨੈਚੁਰਲ ਅਪਰੋਚ ਨਹੀਂ ਆਏਗੀ ਇਹਦੇ ਵਿੱਚ, ਠੀਕ ਹੈ। ਕੋਆਪਰੇਟਿਵ ਲੈਂਗੁਏਜ ਲਰਨਿੰਗ, ਇਹਦੇ ਵਿੱਚ ਤਾਂ ਪੀਅਰਸ ਆ ਜਾਣਗੇ, ਕਮਿਊਨੀਕੇਟਿਵ CLT ਵੀ ਨਹੀਂ ਆਊਗੀ ਇਹਦੇ ਵਿੱਚ। ਕਿ ਜੇ ਤੁਸੀਂ ਆਡੀਓ ਲਿੰਗੁਇਜ਼ਮ ਕਰਦੇ ਹੋ, ਆਡੀਓ ਲਿੰਗੁਇਜ਼ਮ ਵਿੱਚ ਆਪਾਂ ਅਗਰ ਸਾਹਮਣੇ ਵਾਲੇ ਨੂੰ ਸੁਣ ਰਹੇ ਹਾਂ ਕਿਸੇ ਚੀਜ਼ ਨੂੰ, ਦੈਟ ਮੀਨਸ ਆਪਾਂ ਤੋਂ ਇਮੀਟੇਟ ਕਰਕੇ ਕੁਝ ਸਿੱਖ ਰਹੇ ਹਾਂ, ਤਾਂ ਉੱਥੇ ਕੀ ਬਣ ਰਹੀ ਹੈ? ਆਪਣੀ ਇੱਕ ਤਰੀਕੇ ਦੀ ਹੈਬਿਟ ਫਾਰਮੇਸ਼ਨ ਬਣ ਰਹੀ ਹੈ। ਤਾਂ ਆਪਣਾ ਆਨਸਰ ਇਹਦੇ ਵਿੱਚ ਕੀ ਆ ਜਾਏਗਾ ਜੀ? ਆਡੀਓ ਲਿੰਗੁਇਜ਼ਮ, ਠੀਕ ਹੈ। ਆਪਸ਼ਨਸ ਤੁਸੀਂ ਆਪਣੇ ਚੈੱਕ ਕਰ ਲਿਓ, ਕੋਡ ਦੇ ਹਿਸਾਬ ਨਾਲ ਆਪਸ਼ਨਸ ਥੋੜੀਆਂ ਬਹੁਤ ਉਲਟ ਫੁਲਟ ਹੋਣਗੀਆਂ। ਅੱਗੇ, a child reads an unseen passage for which he is expected to answer the question that follow, ਬੱਚਾ unseen passage ਨੂੰ ਰੀਡ ਕਰੀ ਜਾਂਦਾ, ਉਹਦੇ ਵਿੱਚੋਂ ਬੱਚੇ ਨੂੰ ਕਿਹਾ ਵੀ ਕੁਐਸਚਨਸ ਲੱਭੋ, ਤਾਂ ਇਹਦੇ ਵਿੱਚ ਸਾਨੂੰ ਦੱਸਣੀ ਹੈ ਵੀ ਕਿਸ ਤਰੀਕੇ ਦੀ ਰੀਡਿੰਗ ਦੀ ਗੱਲ ਹੋ ਰਹੀ ਹੈ। ਤਾਂ ਦੇਖੋ, ਸਕਿਮਿੰਗ ਹੋ ਗਿਆ, ਸਕੈਨਿੰਗ ਹੋ ਗਿਆ, ਐਕਸਟੈਂਸਿਵ ਰੀਡਿੰਗ, ਐਕਸਕਲੂਸਿਵ ਰੀਡਿੰਗ। ਐਕਸਟੈਂਸਿਵ ਤੇ ਐਕਸਕਲੂਸਿਵ ਰੀਡਿੰਗ ਆਪਸ਼ਨ ਨਹੀਂ ਬਣੂਗੀ ਤੁਹਾਡੀ। ਸਕਿਮਿੰਗ ਤੁਹਾਡੀ ਉਦੋਂ ਬਣ ਸਕਦੀ ਸੀ ਜਦ ਤੁਸੀਂ ਓਵਰਆਲ ਚੀਜ਼ ਨੂੰ ਮੇਨ ਆਈਡੀਆ ਲੈਣਾ ਹੋਵੇ, ਬਟ ਇੱਥੇ ਤਾਂ ਤੁਸੀਂ ਜਿਹੜਾ ਟੈਕਸਟ ਹੈ ਉਹ ਧਿਆਨ ਨਾਲ ਪੜੋਗੇ। ਕਿਉਂ? ਕਿਉਂਕਿ ਨੀਚੇ ਤੁਸੀਂ ਕਿਹਨੂੰ ਆਨਸਰ ਕਰਨਾ ਹੈ? ਕੁਐਸਚਨਸ ਨੂੰ ਆਨਸਰ ਕਰਨਾ ਹੈ। ਤਾਂ ਦੈਟ ਮੀਨਸ ਇੱਥੇ ਆਪਣਾ ਆਨਸਰ ਕੀ ਬਣ ਜਾਊਗਾ ਜੀ? ਸਕੈਨਿੰਗ। ਕੀ ਆਨਸਰ ਬਣ ਜਾਊ ਇੱਥੇ ਆਪਣਾ? ਸਕੈਨਿੰਗ ਆਨਸਰ ਬਣੇਗਾ। ਨੈਕਸਟ ਦੇਖੋ, ਹਾਂਜੀ ਨੈਕਸਟ ਕੁਐਸਚਨ ਦੇਖੋ 101, teacher shows 5 pictures to students and ask them to write story based on these pictures, ਹਾਂਜੀ ਕਿਹੜੀ ਰਾਈਟਿੰਗ ਹੈ ਇਹ? ਸ਼ੇਅਰਡ ਰਾਈਟਿੰਗ ਹੈ, ਸ਼ੋ ਐਂਡ ਟੈਲ ਹੈ, ਕ੍ਰੀਏਟਿਵ ਹੈ, ਜਿਗਸੋ ਹੈ। ਕੀ ਆਨਸਰ ਬਣੇਗਾ ਇਹਦੇ ਵਿੱਚ? ਇਹਦਾ ਆਨਸਰ ਤੁਹਾਡੇ ਕੋਲ ਬਣਨਾ ਸੀਗਾ ਕ੍ਰੀਏਟਿਵ ਰਾਈਟਿੰਗ ਆਪਣਾ ਆਨਸਰ ਆਉਂਦਾ, ਕਿਉਂਕਿ ਉਹਨੇ ਬੱਚੇ ਨੂੰ ਪਿਕਚਰਸ ਦੇਤੀ, ਉਹਨੇ ਕਿਹਾ ਵੀ ਤੂੰ ਆਪ ਲਿਖੇ ਦੇ ਬੇਸਿਸ ਤੇ ਸਟੋਰੀ। ਹੁਣ ਪਿਕਚਰਸ ਨਾਲ ਬੱਚਾ ਕੀ ਅਜ਼ਿਊਮ ਕਰਦਾ, ਕਿਹੜੇ ਉਹਦੇ ਥਾਟਸ, ਤਾਂ ਹਰ ਇੱਕ ਬੱਚੇ ਦੀ ਅਲੱਗ-ਅਲੱਗ ਵੱਖਰੀ ਇਮੈਜੀਨੇਟਿਵ ਸਕਿੱਲ ਹੋਊਗੀ, ਤਾਂ ਉਹਦੇ ਵਿੱਚ ਕਿਹੜੀ ਰਾਈਟਿੰਗ ਲੱਗ ਰਹੀ ਹੈ? ਸਾਡੀ ਕ੍ਰੀਏਟਿਵ ਰਾਈਟਿੰਗ ਲੱਗ ਰਹੀ ਹੈ। ਬਹੁਤ ਕੁਐਸਚਨਸ ਕੀਤੇ ਏਦਾਂ ਦੇ ਆਪਾਂ। ਅੱਗੇ, ਵਿਚ ਆਫ ਦ ਫੋਲੋਇੰਗ ਇਜ਼ ਦ ਕਰੈਕਟਰਿਸਟਿਕ ਆਫ ਪਰਫਾਰਮੈਂਸ ਬੇਸਡ ਅਸੈਸਮੈਂਟ ਇਨ ਅ ਲੈਂਗੁਏਜ, ਕਹਿੰਦੇ ਜਿਹੜੀ ਪਰਫਾਰਮੈਂਸ ਬੇਸਡ ਅਸੈਸਮੈਂਟ ਹੈ ਲੈਂਗੁਏਜ ਵਿੱਚ, ਇਹਨਾਂ ਵਿੱਚੋਂ ਕਿਹੜਾ ਆਪਾਂ ਕਹਿ ਸਕਦੇ ਹਾਂ ਉਹਦਾ ਕਰੈਕਟਰਿਸਟਿਕ ਹੈਗਾ? ਹਾਂਜੀ, ਹੁਣ ਦੇਖੋ ਪਰਫਾਰਮੈਂਸ ਬੇਸਡ ਅਸੈਸਮੈਂਟ ਮਤਲਬ ਇੱਥੇ ਗੱਲ ਕਿਹਦੀ ਹੋ ਰਹੀ ਹੈ ਜ਼ਿਆਦਾਤਰ ਤੁਹਾਡੇ ਕੋਲ?
ਕੁਆਲੀਟੇਟਿਵ ਚੀਜ਼ ਦੀ ਹੋ ਰਹੀ ਹੈ। ਕਿਹਦੀ ਗੱਲ ਹੋ ਰਹੀ ਹੈ ਇੱਥੇ ਤੁਹਾਡੇ ਕੋਲ? ਕੁਆਲੀਟੇਟਿਵ ਚੀਜ਼ ਹੀ ਹੋ ਰਹੀ ਹੈ। ਪਰਫਾਰਮੈਂਸ ਬੇਸਡ ਅਸੈਸਮੈਂਟ ਉਹ ਹੁੰਦੀ ਹੈ ਜਿਹਦੇ ਵਿੱਚ ਆਪਾਂ ਬੱਚੇ ਦੀ ਪਰਫਾਰਮੈਂਸ ਨੂੰ ਮਾਪ ਸਕਦੇ ਹਾਂ, ਪਰਫਾਰਮੈਂਸ ਬਾਰੇ ਪਤਾ ਲੱਗਦਾ। ਹੁਣ ਇਹਦੇ ਵਿੱਚ ਜਿਹੜੇ ਤੁਹਾਡੇ ਨੈਗੇਟਿਵ ਕੀਵਰਡਸ ਆ ਉਹਨਾਂ ਨੂੰ ਪਹਿਲੇ ਹੀ ਖਤਮ ਕਰ ਦਿਓ, ਜਿਵੇਂ ਕਿ ਡੀਕੰਟੈਕਚੁਅਲਾਈਜ਼ ਟੈਸਟ ਆਈਟਮ। ਡੀਕੰਟੈਕਚੁਅਲਾਈਜ਼ ਕੀ ਹੁੰਦੀਆਂ ਨੇ? ਹਾਂਜੀ, ਡੀਕੰਟੈਕਚੁਅਲਾਈਜ਼ ਉਹ ਹੁੰਦੀਆਂ ਨੇ ਜਦ ਤੁਸੀਂ ਕਿਸੇ ਚੀਜ਼ ਨੂੰ ਰੀਅਲ ਲਾਈਫ ਚੀਜ਼ ਨਾਲ ਰਿਲੇਟ ਕਰਕੇ ਨਹੀਂ ਪੜ੍ਹਦੇ, ਵੈਸੇ ਹੀ ਪੜ੍ਹੀ ਜਾਂਦੇ ਹੋ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਵੈਸੇ ਹੀ ਰੋਟ ਲਰਨਿੰਗ ਕਰੀਏ ਨੂੰ ਰੱਟਾ ਲਗਾਈ ਜਾਂਦੇ ਹੋ, ਤੁਸੀਂ ਰੀਅਲ ਲਾਈਫ ਸਿਚੁਏਸ਼ਨਸ ਨਾਲ ਰਿਲੇਟ ਕਰਕੇ ਨਹੀਂ ਪੜ੍ਹਦੇ। ਤਾਂ ਇੱਕ ਕਿਹੜਾ ਕੀਵਰਡ ਹੋ ਗਿਆ ਆਪਣੇ ਕੋਲ? ਨੈਗੇਟਿਵ ਕੀਵਰਡ ਹੋ ਗਿਆ, ਕੱਟ ਕਰਤਾ। ਨੈਕਸਟ ਕੰਟੈਕਚੁਅਲਾਈਜ਼ ਕਮਿਊਨੀਕੇਟਿਵ ਟੈਕਸਟ, ਇਹੀ ਆਪਣੀ ਕੀ ਬਣੇਗੀ? ਆਪਸ਼ਨ ਬਣੇਗੀ, ਕਿਉਂਕਿ ਕੰਟੈਕਚੁਅਲਾਈਜ਼ ਦਾ ਮਤਲਬ ਦੇਖੋ, ਜੇ ਡੀਕੰਟੈਕਚੁਅਲਾਈਜ਼ ਦਾ ਮਤਲਬ ਹੁੰਦਾ ਕਿ ਆਪਾਂ ਰੀਅਲ ਲਾਈਫ ਨਾਲ ਰਿਲੇਟ ਨਹੀਂ ਕਰਦੇ, ਤਾਂ ਆਬਵੀਅਸਲੀ ਉਹਦਾ ਉਲਟਾ ਕੰਟੈਕਚੁਅਲਾਈਜ਼ ਦਾ ਕੀ ਮਤਲਬ ਹੋਊਗਾ? ਕਿ ਆਪਾਂ ਰੀਅਲ ਲਾਈਫ ਨਾਲ ਰਿਲੇਟ ਕਰਦੇ ਆ। ਠੀਕ ਹੈ, ਕੰਟੈਕਚੁਅਲਾਈਜ਼ ਕਮਿਊਨੀਕੇਟਿਵ ਟਾਸਕ ਵਿੱਚ ਆਪਾਂ ਕੀ ਕਰਦੇ ਹਾਂ, ਜਦੋਂ ਆਪਾਂ ਕੋਈ ਚੀਜ਼ ਸਿੱਖ ਰਹੇ ਹਾਂ ਤਾਂ ਆਪਾਂ ਰੀਅਲ ਲਾਈਫ ਐਗਜ਼ਾਮਪਲਸ ਨਾਲ ਸਿੱਖਦੇ ਹਾਂ ਉਹਨੂੰ। ਤਾਂ ਇਹਦੇ ਨਾਲ ਬੱਚੇ ਦੀ ਕੀ ਪਤਾ ਲੱਗਦੀ ਹੈ ਆਪਾਂ ਨੂੰ? ਪਰਫਾਰਮੈਂਸ ਪਤਾ ਲੱਗਦੀ ਹੈ। ਤੀਜਾ, ਮਲਟੀਪਲ ਚੁਆਇਸ ਕੁਐਸਚਨ ਚ ਆਪਾਂ ਨੂੰ ਬੱਚੇ ਦੀ ਪਰਫਾਰਮੈਂਸ ਪਤਾ ਲੱਗੂਗੀ? ਨਹੀਂ, ਉਹਦੇ ਵਿੱਚ ਤਾਂ ਆਪਸ਼ਨ ਹੈ ABC ਚੂਜ਼ ਕਰਨਾ। ਹੁਣ ਇਹਦੇ ਵਿੱਚ ਤੁਸੀਂ ਆਪਸ਼ਨਸ ਚੂਜ਼ ਕਰਨੀ ਹੈ। ਕੋਈ ਬੱਚਾ ਇਹਦੇ ਵਿੱਚੋਂ ਪਾਸ ਕਰ ਜਾਏਗਾ, ਕੋਈ ਬੱਚਾ ਇੱਕ ਅੱਧੇ ਨੰਬਰ ਤੇ ਸ਼ਾਇਦ ਰਹਿ ਵੀ ਸਕਦਾ ਹੈ। ਹੁਣ ਆਪਾਂ ਇਸ ਬੇਸਿਸ ਤੇ ਬੱਚੇ ਦੀ ਜਨਰਲ ਨੌਲੇਜ ਤਾਂ ਨਹੀਂ ਜੱਜ ਕਰ ਸਕਦੇ ਕਿਹੜੇ ਬੱਚੇ ਨੂੰ ਕਿੰਨਾ ਆਉਂਦਾ ਹੈ। ਹੁਣ ਇੱਕ ਬੱਚਾ 2 ਸਾਲ ਤੋਂ ਤਿਆਰੀ ਕਰ ਰਿਹਾ ਹੋਵੇ, ਬਟ ਕਿਸੇ ਬਾਈ ਚਾਂਸ ਕਿ ਆਪਸ਼ਨਸ ਚੋਂ ਬੱਚਾ ਪੇਪਰ ਵਿੱਚੋਂ ਰਹਿ ਗਿਆ 2-3 ਨੰਬਰ ਤੇ, ਤਾਂ ਆਪਾਂ ਐਂ ਤਾਂ ਨਹੀਂ ਕਹਿ ਸਕਦੇ ਵੀ ਬੱਚੇ ਨੇ ਪੜ੍ਹਾਈ ਨਹੀਂ ਕੀਤੀ। ਦੈਟ ਮੀਨਸ ਆਪਾਂ ਬੱਚੇ ਦੀ ਪਰਫਾਰਮੈਂਸ MCQ ਬੇਸਿਸ ਤੇ ਨਹੀਂ ਜੱਜ ਕਰ ਸਕਦੇ, ABC ਵਾਲੇ ਤੇ। ਠੀਕ ਹੈ, ਨॉन ਇੰਟਰੈਕਟਿਵ, ਇਹਦੇ ਵਿੱਚ ਤਾਂ ਬੱਚੇ ਦੀ ਇੰਟਰੈਕਸ਼ਨ ਹੀ ਨਹੀਂ ਹੋ ਰਹੀ, ਇਹਦੇ ਵਿੱਚ ਵੀ ਨਹੀਂ ਤੁਸੀਂ ਪਰਫਾਰਮੈਂਸ ਜੱਜ ਕਰ ਸਕਦੇ। ਇਹਦਾ ਸਿੰਪਲ ਆਂਸਰ ਤੁਹਾਡੇ ਕੋਲ ਕਿਹੜਾ ਬਣ ਗਿਆ? ਹਾਂਜੀ, ਸੈਕਿੰਡ ਆਪਸ਼ਨ। क्लियर है? आगे समझ। नेक्स्ट देखो, नेक्स्ट की क्या गया अपने को? रीडिंग, रीड द फॉलोइंग स्टेटमेंट। ठीक है, ए वाले क्वेश्चन विच अपने को असर्शन रीजन वाले आगे ज्यादातर कहंदे रीडिंग इज जस्ट टू अंडरस्टैंड लेटर साउंड रिलेशनशिप एंड प्रोनाउंस द वर्ड्स करेक्टली। कहंदे रीडिंग इज जस्ट टू अंडरस्टैंड, इस चीज ठीक है। कहंदे जेडी रीडिंग है ਉਹਦੇ ਵਿੱਚ ਆਪਾਂ ਜਿਹੜੇ ਲੈਟਰ ਸਾਊਂਡ ਦਾ ਰਿਲੇਸ਼ਨਸ਼ਿਪ ਉਹ ਸਮਝਦੇ, ਨਾਲ ਹੀ ਨਾਲ ਆਪਾਂ ਵਰਡਸ ਦੀ ਕੀ ਜਾਣਦੇ ਜਿਹਦੇ ਵਿੱਚ ਪ੍ਰੋਨੰਸੀਏਸ਼ਨ। ਪਰ ਕਿਉਂਕਿ ਜਿਹੜਾ ਇੱਥੇ ਜਸਟ ਵਰਡ ਆ ਗਿਆ ਨਾ, ਉਹਨੇ ਇਸ ਆਪਸ਼ਨ ਨੂੰ ਕੀ ਕਰਤਾ? ਇਸ ਸਟੇਟਮੈਂਟ ਨੂੰ ਗਲਤ ਕਰਤਾ। ਕੀ ਕਰਤਾ? ਇਸ ਸਟੇਟਮੈਂਟ ਨੂੰ ਗਲਤ ਕਰਤਾ, ਕਿਉਂਕਿ ਰੀਡਿੰਗ ਵਿੱਚ ਆਏ ਤਾਂ ਹੁੰਦਾ ਨਹੀਂ, ਕੱਲੀ ਤੁਸੀਂ ਸਾਊਂਡ ਦੇਖੀ ਜਾਂਦੇ ਹੋ, ਪ੍ਰੋਨੰਸੀਏਸ਼ਨ ਦੇਖੀ ਜਾਂਦੇ ਹੋ। ਰੀਡਿੰਗ ਵਿੱਚ ਅਸੀਂ ਅੰਡਰਸਟੈਂਡਿੰਗ ਵੀ ਤਾਂ ਕਰਨੀ ਹੈ। ਹੁਣ ਮੈਂ ਕਿਸੇ ਚੀਜ਼ ਨੂੰ ਰੀਡ ਕਰੀ ਜਾਂਦੀ ਹਾਂ, ਮੈਂ ਬੋਲ ਸਹੀ ਰਹੀ ਹਾਂ, ਤੁਹਾਨੂੰ ਸਹੀ ਸੁਣ ਰਿਹਾ, ਬਟ ਮੈਨੂੰ ਰੀਡ ਕਰਕੇ ਸਮਝ ਹੀ ਨਹੀਂ ਆ ਰਿਹਾ, ਉਹਦਾ ਫਾਇਦਾ ਹੈਗਾ ਰੀਡਿੰਗ ਦਾ? ਨਹੀਂ ਫਾਇਦਾ। ਦੈਟ ਮੀਨਸ ਰੀਡਿੰਗ ਵਿੱਚ ਲੈਟਰ ਸਾਊਂਡ ਤੇ ਪ੍ਰੋਨੰਸੀਏਸ਼ਨ ਤਾਂ ਆ ਜਾਂਦੇ, ਬਟ ਇਹਦੇ ਵਿੱਚ ਕੱਲਾ ਜਸਟ ਵਰਡ ਨਹੀਂ ਆਣਾ ਚਾਹੀਦਾ। ਜਸਟ ਵਰਡ ਨੇ ਸਟੇਟਮੈਂਟ ਨੂੰ ਕੀ ਕਰਤਾ? ਇੱਥੇ ਗਲਤ ਕਰਤਾ। ਠੀਕ ਹੈ, ਅੱਗੇ ਰੀਡਿੰਗ ਇਜ਼ ਡਿਕੋਡਿੰਗ ਸਿੰਬਲ। ਰੀਡਿੰਗ ਵਿੱਚ ਸਿੰਬਲ ਡਿਕੋਡ ਕਰਦੇ ਹੋ ਨਹੀਂ ਕਰਦੇ? ਹਾਂਜੀ, ਨਹੀਂ ਕਰਦੇ? ਕਰਦੇ। ਡਿਕੋਡ ਦਾ ਮਤਲਬ ਕੀ ਹੁੰਦਾ ਹੈ? मीनिंग कर दो ते कर दो। दैट मीनस ਜਿਹੜੀ A ਆ ਉਹ ਕੀ ਆਪਣੀ ਫਾਲਸ ਹੋ ਗਈ ਤੇ B ਕੀ ਹੋ ਗਈ? ट्रू होगी। देखो केड़ा ऑप्शन है? हाँ, B is true, A is false, फर्स्ट ऑप्शन। क्लियर है? ठीक है, ए असर्शन हुंदा है, रीजन हुंदा अपने कोल, वैसे ए भी दिता हुआ तुहाडे कोल। नेक्स्ट क्वेश्चन देखो 104। हाँ जी, क्वेश्चन किद्दां दे लग रहा है? सौखे है ना? अ टीचर सारा जेड़ा किता होया उहदे विच आया है। अ टीचर हैज टू असैस लिसनिंग स्किल ऑफ अ स्टूडेंट। टीचर ने अपने बच्चे दी लिसनिंग स्किल नु असैस करना है। विच ऑफ द फॉलोइंग एक्टिविटीज कैन शी सिलेक्ट एज अ लिसनिंग असैसमेंट। ओ हेठ लिखिया विचों केड़ी एक्टिविटी सिलेक्ट करोगे? उन्हें लिसनिंग स्किल नु असैस करना है। टीचर आस्क चिल्ड्रन टू रीड अ स्टोरी एंड आफ्टर दैट आस्क कंप्रीहेंशन बेस्ड क्वेश्चन। टीचर बच्चे नु कहूगी भी तू स्टोरी नु की करेगा? रीड करेगा ते मैनू की पूछेगा? क्वेश्चन पूछेगा। हुण जदों बच्चा रीड करूगा इहदे विच बच्चे दी लिसनिंग कित्थों आ रही है? बच्चे दी स्पीकिंग आ रही है इहदे विच, तां ये ऑप्शन की होगी? कैंसल होगी। अगे टीचर गिव्स वोकैबुलरी बेस्ड टास्क। जदों वोकैबुलरी बेस्ड टास्क दोगा तो उहदे विच बच्चे दी लिसनिंग आप मैजर कर सकदे आ? इन्नी नहीं कर सकते वोकैबुलरी। हुण आपां नूं की पता टीचर वोकैबुलरी ब्लैक बोर्ड ते लिख रहा है या फिर वो बोल के कह रहा है। हुण अगर टीचर भी वोकैबुलरी अगर बोल के कह रहा होना तो इहदे विच बच्चे दी लिसनिंग दा आपां नूं किवें पता लगूगा? ठीक है, अगे रेटिंग द चिल्ड्रन ऑन देयर ओरल प्रेजेंटेशन। ओरल विच तां किहड़ी स्किल आ गई? स्पीकिंग, बट आपां किहड़ी मेजर करनी है? लिसनिंग। अगे टीचर टेल अ स्टोरी एंड आफ्टर दैट आस्क कंप्रीहेंशन बेस्ड क्वेश्चन। यही अपना आंसर बनेगा, क्योंकि जो टीचर स्टोरी दस रहा होगा तो उदों बाद बच्चे नूं उहदे विचों की पूछूगा? क्वेश्चन पूछूगा। हुण जे बच्चे ने ध्यान नाल सुनिया होगा फिर ही बच्चे क्वेश्चन दा की देणगे ते टीचर नूं आंसर देणगे। तां इहदे विच टीचर किहड़ी स्किल माप लूगा? ओहदी लिसनिंग स्किल हो जाएगी। ठीक है, नेक्स्ट क्वेश्चन देखो। हाँ जी, डैश इज कंसर्न्ड विद द एस्पेक्ट ऑफ मीनिंग। हाँ जी, मैं बहुत बार कराता क्वेश्चन, बहुत बार कराया हुआ है। मीनिंग विच की आ जाता अपने को? सिमेंटिक एस्पेक्ट। ठीक है, फोनेटिक साउंड नाल रिलेटेड है,
ਮਰਫੋਲੋਜੀ ਕਿੰਨਾ ਰਿਲੇਟਡ ਹੁੰਦੀ ਹੈ ਤੁਹਾਡੀ ਵਰਡ ਫਾਰਮੇਸ਼ਨ ਨਾਲ, ਠੀਕ ਹੈ। ਸਿੰਟੈਕਸ ਕੀ ਹੁੰਦਾ, ਸੈਂਟੈਂਸ ਦਾ ਕਿਸੇ ਦਾ ਸਟਰਕਚਰ ਕਿਹੋ ਜਿਹਾ, ਤਾਂ ਉਹ ਚੀਜ਼ ਆ ਗਈ ਆਪਣੇ ਕੋਲ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਦ ਪ੍ਰਿੰਸੀਪਲ ਆਫ ਲੈਂਗੁਏਜ ਲਰਨਿੰਗ, ਨਾਟ ਪੁੱਛਿਆ, ਧਿਆਨ ਨਾਲ ਦੇਖਿਆ ਕਰੋ, ਠੀਕ ਹੈ। ਲੈਂਗੁਏਜ ਲਰਨਿੰਗ ਦਾ ਪ੍ਰਿੰਸੀਪਲ ਨਾਟ ਪੁੱਛਿਆ ਇਸ ਤਾਂ ਕਹਿੰਦੇ ਲੈਂਗੁਏਜ ਇਜ਼ ਅ ਟੂਲ ਫॉर ਕਮਿਊਨੀਕੇਸ਼ਨ, ਬਿਲਕੁਲ ਸਹੀ ਹੈ, ਲੈਂਗੁਏਜ ਰਾਹੀਂ ਅਸੀਂ ਕਮਿਊਨੀਕੇਸ਼ਨ ਕਰਦੇ ਹਾਂ। ਦੂਸਰਾ ਪੁਆਇੰਟ ਕਹਿੰਦੇ ਲੈਂਗੁਏਜ ਇਜ਼ ਲਰਨ ਥਰੂ ਮੈਮੋਰਾਈਜ਼ੇਸ਼ਨ ਆਫ ਸਟਰਕਚਰ ਔਰ ਰੂਲਸ ਆਫ ਗ੍ਰਾਮਰ। ਦੇਖੋ ਨੈਗੇਟਿਵ ਵਰਡ ਆ ਗਿਆ, ਮੈਮੋਰਾਈਜ਼ੇਸ਼ਨ ਮਤਲਬ ਇੱਥੇ ਕਿਹਨੂੰ ਸਿੰਬਲਾਈਜ਼ ਕਰ ਰਿਹਾ, ਰੱਟਾ ਲਗਾਉਣਾ ਨੂੰ, ਤੇ ਇਹ ਜੀ ਆਪਸ਼ਨ ਅਸੀਂ ਕਦੇ ਚੂਜ਼ ਹੀ ਨਹੀਂ ਕਰਨੀ, ਠੀਕ ਹੈ। दैट मींस ਆਪਾਂ ਆਨਸਰ ਹੀ ਇਹ ਮੰਨਦਾ, ਠੀਕ ਹੈ ਆਪਣਾ। ਲਰਨਿੰਗ ਅ ਲੈਂਗੁਏਜ ਇਨਵੋਲਵਸ ਮਾਸਟਰੀ ਆਫ ਬੋਥ ਸਕਿੱਲ ਐਂਡ ਨੌਲੇਜ, ਇਹ ਵੀ ਗੱਲ ਸਹੀ ਕਹਿ ਰਹੇ ਆ। ਲਰਨਰਸ ਮੇ ਵੈਰੀ ਇਨ देयर प्रेफर्ड अप्रोचेस टू लर्निंग, ਕਹਿੰਦੇ ਹਰ ਇੱਕ ਲਰਨਰ ਲਰਨਿੰਗ ਵਾਸਤੇ ਕਿਹੜੀ ਅਪਰੋਚ ਦਾ ਯੂਜ਼ ਕਰੂਗਾ, ਆਪਣੀ ਪ੍ਰੈਫਰ ਅਪਰੋਚ ਦਾ ਯੂਜ਼ ਕਰੂਗਾ। ਜਿਵੇਂ ਮੈਂ ਤੁਹਾਨੂੰ ਅਪਰੋਚेस ਕਰਵਾਈਆਂ ਹੋਈਆਂ, ਉਹਦੇ ਵਿੱਚ ਆਪਾਂ ਵੱਖ-ਵੱਖ ਅਪਰੋਚेस ਕਰੀਆਂ, ਜ਼ਰੂਰੀ ਤਾਂ ਨਹੀਂ ਇੱਕ ਬੱਚਾ ਇੱਕ ਹੀ ਅਪਰੋਚ ਨਾਲ ਸਿੱਖੇਗਾ, ਵੱਖਰੇ ਵੱਖਰੇ ਅਪਰੋਚेस ਦਾ ਯੂਜ਼ ਕਰ ਲਾਂਗੇ, ਤਾਂ ਆਪਣੇ ਇਹਦੇ ਚ ਆਨਸਰ ਕੀ ਬਣ ਗਿਆ, ਸੈਕਿੰਡ। ਕਿਉਂਕਿ ਆਇਆ ਉਹਨੇ ਪੁੱਛਿਆ ਸੀ ਵੀ ਲੈਂਗੁਏਜ ਲਰਨਿੰਗ ਦਾ ਕਿਹੜਾ ਪ੍ਰਿੰਸੀਪਲ ਨਹੀਂ ਹੈਗਾ, ਤਾਂ ਆਹ ਪ੍ਰਿੰਸੀਪਲ ਨਹੀਂ ਹੈਗਾ ਸੈਕਿੰਡ ਵਾਲਾ, ਕਿਉਂਕਿ ਇਹਦੇ ਵਿੱਚ ਤਾਂ ਆਪਾਂ ਬੱਚੇ ਨੂੰ ਰੋਟ ਲਰਨਿੰਗ ਉਹ ਕਰ ਰਹੇ, ਤੇ ਟੀਚਰ ਕਦੇ ਨਹੀਂ ਰੋਟ ਲਰਨਿੰਗ ਕਰਵਾਊਗਾ ਬੱਚੇ ਨੂੰ, ਠੀਕ ਹੈ। ਅਗਲਾ ਦੇਖੋ, ਕਹਿੰਦੇ ਅ ਟੀਚਰ ਆਫ ਗ੍ਰੇਡ 6 ਰਾਈਟਸ ਅ ਵਰਡ ਇਨ ਦੀ ਸੈਂਟਰ ਆਫ ਬਲੈਕਬੋਰਡ। ਟੀਚਰ ਬਲੈਕਬੋਰਡ ਦੇ ਸੈਂਟਰ ਤੇ ਕੀ ਲਿਖ ਦਿੰਦਾ, ਇੱਕ ਸ਼ਬਦ ਲਿਖ ਦਿੰਦਾ ਹੈ, ਤੇ ਲਰਨਰਸ ਨੂੰ ਕਹਿੰਦਾ ਹੈ ਕਿ ਤੁਸੀਂ ਬ੍ਰੇਨਸਟੋਰਮ ਕਰੋ ਇਹਨਾਂ ਵਰਡਸ ਨੂੰ, they can think of which are connected to the central word, the major objective of this activity। ਇਸ ਐਕਟੀਵਿਟੀ ਰਾਹੀਂ ਜਿਹੜਾ ਟੀਚਰ ਉਹ ਬੱਚੇ ਦੀ ਕਿਹੜੀ ਚੀਜ਼ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਸੈਂਟਰ ਵਿੱਚ ਵਰਡ ਲਿਖ ਦਿੰਦਾ, ਤੇ ਆਲੇ ਦੁਆਲੇ ਕਹਿੰਦੇ ਜਿਹੜੇ ਵਰਡਸ ਹੈ ਉਹਨਾਂ ਨੂੰ ਬ੍ਰੇਨਸਟੋਰਮ ਕਰੋ, ਆਈਡੀਆਜ਼ ਲਗਾਓ, ਥਾਟਸ ਲਗਾਓ ਵੀ ਤੁਸੀਂ ਇਹਨੂੰ ਕੀ ਬਣਾ ਸਕਦੇ ਹੋ। ਤਾਂ ਇਹਦੇ ਵਿੱਚ ਉਹ ਗ੍ਰਾਮਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਰੀਡਿੰਗ ਸਕਿੱਲ, ਰਾਈਟਿੰਗ ਸਕਿੱਲ ਜਾਂ ਫਿਰ ਵੋਕੈਬਲਰੀ। ਹਾਂਜੀ ਕੀ ਆਨਸਰ ਆਊਗਾ ਇਹਦਾ, ਹਾਂਜੀ ਸਟੂडेंट्स ਕੀ ਆਨਸਰ ਆਏਗਾ, ਤਾਂ ਇਹਦੇ ਵਿੱਚ ਸਿੰਪਲ ਆਨਸਰ ਆ ਜਾਏਗਾ ਜੀ ਤੁਹਾਡਾ ਵੋਕੈਬਲਰੀ। ਹੁਣ ਧਿਆਨ ਨਾਲ ਦੇਖੋ ਵੀ, ਟੀਚਰ ਆਫ ਗ੍ਰੇਡ 6 ਰਾਈਟਸ ਅ ਵਰਡ ਇਨ ਦੀ ਸੈਂਟਰ ਆਫ ਬਲੈਕਬੋਰਡ, ਆਸਕ ਦ ਲਰਨਰਸ ਟੂ ਬ੍ਰੇਨਸਟੋਰਮ ਆਲ ਦ ਵਰਡ ਦੇ ਕੈਨ ਥਿੰਕ ਆਫ ਵਿਚ ਆਰ ਕਨੈਕਟਡ। ਹੁਣ ਮੈਂ ਇੱਥੇ ਤੁਹਾਨੂੰ ਵਰਡ ਲਿਖਦਾ ਚੌਕ, ਮੈਂ ਕਮਾ ਚੌਕ ਨੂੰ ਯਾਦ ਕਰਕੇ ਤੁਹਾਡੇ ਜਿੰਨੇ ਵੀ ਦਿਮਾਗ 'ਚ ਵਰਡ ਆਉਂਦੇ ਸੋਚੋ, ਟੀਚਰ ਆ ਜਾਊਗਾ, ਬਲੈਕਬੋਰਡ ਆ ਜਾਊਗਾ, ਡਸਟਰ ਆ ਜਾਊਗਾ, ਪੈਨ ਆ ਜਾਊ, ਪੈਨਸਿਲ ਆ ਜਾਊ, ਡੈਸਕ ਆ ਜਾਣਗੇ, ਵਾਲਸ ਆ ਜਾਣਗੀਆਂ ਕਮਰੇ ਦੀਆਂ, ਡੋਰਸ ਆ ਜਾਣਗੇ, ਠੀਕ ਹੈ, ਦਰਵਾਜ਼ੇ ਆ ਜਾਣਗੇ, ਕਿਉਂਕਿ ਸਾਰਾ ਮੈਨੂੰ ਸਕੂਲ ਦਾ ਇਨਵਾਇਰਨਮੈਂਟ ਯਾਦ ਆ ਜਾਂਦਾ ਜਦੋਂ ਮੈਂ ਚੌਕ ਵਰਡ ਨੂੰ ਸੁਣਦੀ ਹਾਂ, ਠੀਕ ਹੈ। ਹੁਣ ਇਹਦੇ ਵਿੱਚ ਮੈਨੂੰ ਕਿਹੜੇ ਕਿਹੜੇ ਸ਼ਬਦ ਆਏ ਨੇ, ਸਾਰੇ ਸ਼ਬਦ ਕੀ ਹੈ, ਮੇਰੀ ਵੋਕੈਬਲਰੀ ਹੈ, ਸਿੰਪਲ, ਠੀਕ ਹੈ। ਅੱਗੇ ਦੇਖੋ ਨੈਕਸਟ, ਹਾਂਜੀ ਰੀਡ ਦ ਫੋਲੋਇੰਗ ਸਟੇਟਮੈਂਟਸ ਰੀਡ ਕਰਨੀਆਂ ਨੇ ਅਸੀਂ। ਤਾਂ ਅਸਰਸ਼ਨ ਕੀ ਕਹਿੰਦਾ ਆ, delaying the learning of a language in the early years makes it more difficult for children to acquire new languages। ਕਹਿੰਦੇ early years ਸ਼ੁਰੂਆਤੀ ਦੌਰ ਵਿੱਚ ਜੇ ਆਪਾਂ ਬੱਚੇ ਦੀ ਲੈਂਗੁਏਜ ਲਰਨਿੰਗ ਨੂੰ ਕੀ ਕਰਦੇ ਆ, ਡਿਲੇ ਦਾ ਮਤਲਬ ਕੀ ਹੁੰਦਾ ਹੈ, ਲੇਟ ਕਰਦੇ ਆ। ਜਦੋਂ ਸ਼ੁਰੂਆਤੀ ਦੌਰ ਵਿੱਚ ਆਪਾਂ ਬੱਚੇ ਦੀ ਲੈਂਗੁਏਜ ਲਰਨਿੰਗ ਨੂੰ ਲੇਟ ਕਰਦੇ ਆ ਤਾਂ ਅੱਗੇ ਜਾ ਕੇ ਬੱਚੇ ਨੂੰ ਨਵੀਆਂ ਲੈਂਗੁਏਜ ਸਿੱਖਣ ਵਿੱਚ ਕਹਿੰਦੇ ਔਖਾਈ ਹੁੰਦੀ ਹੈ। ਇਹ ਚੀਜ਼ ਸਹੀ ਹੈ, ਗਲਤ ਹੈ? ਹਾਂਜੀ ਕੌਣ ਕਹਿੰਦਾ ਇਹ ਚੀਜ਼ ਸਹੀ ਹੈ, ਕੌਣ ਕਹਿੰਦਾ ਇਹ ਚੀਜ਼ ਗਲਤ ਹੈ? ਤੁਸੀਂ ਕੁਝ ਨਹੀਂ ਕਹਿ ਰਹੇ, ਸਹੀ ਹੈ ਇਹ ਚੀਜ਼। ਕਹਿੰਦੇ ਜਿੰਨਾ ਲੇਟ ਬੱਚਾ ਲੈਂਗੁਏਜ ਸਿੱਖੂਗਾ ਓਨਾ ਹੀ ਲੇਟ ਉਹਨੂੰ ਨਵੀਆਂ ਭਾਸ਼ਾ ਸਿੱਖਣ 'ਚ ਕੀ ਹੋਊਗੀ, ਦਿੱਕਤ ਹੋਊਗੀ, ਜੋ ਕਿ ਚੀਜ਼ ਸਹੀ ਹੈ। ਤਾਂ ਅਸਰਸ਼ਨ ਤਾਂ ਆਪਣੀ ਕੀ ਹੈ, ਟਰੂ ਹੈ। ਅੱਗੇ ਕਹਿੰਦੇ अर्ਲੀ ਈਅਰਸ ਆਫ ਚਾਈਲਡ ਆਰ ਸੈਂਸਿਟਿਵ ਪੀਰੀਅਡਸ ਫॉर ਲੈਂਗੁਏਜ ਐਕੁਜੀਸ਼ਨ। ਕਿਉਂ? ਕਿਉਂਕਿ ਕਹਿੰਦੇ ਜਿਹੜੇ ਸ਼ੁਰੂਆਤੀ ਦੌਰ ਹੁੰਦੇ ਆ ਬੱਚੇ ਦੇ, ਉਹ ਲੈਂਗੁਏਜ ਦੀ ਐਕੁਜੀਸ਼ਨ ਵਾਸਤੇ ਬਹੁਤ ਜ਼ਿਆਦਾ ਕੀ ਹੁੰਦੇ ਆ, ਸੈਂਸਿਟਿਵ, ਬਹੁਤ ਜ਼ਿਆਦਾ ਨਾਜ਼ੁਕ ਹੁੰਦੇ, ਜੋ ਕਿ ਸਟੇਟਮੈਂਟ ਸਹੀ ਹੈ ਤੇ ਆਹ ਇਹਦਾ ਕਰੈਕਟ ਰੀਜ਼ਨ ਵੀ ਹੈ। ਤਾਂ ਆਪਣਾ ਆਨਸਰ ਕੀ ਬਣ ਜਾਏਗਾ ਜੀ, ਥਰਡ ਆਪਸ਼ਨ, both A and R are true and R is the correct explanation of A। ਕਿਉਂਕਿ ਗੱਲ ਉਹਦੇ ਵਿੱਚ ਵੀ ਲੈਂਗੁਏਜ ਨੂੰ ਐਕਵਾਇਰ ਕਰਨ ਦੀ ਹੋ ਰਹੀ ਹੈ, ਇਹਦੇ ਵਿੱਚ ਵੀ ਐਕਵਾਇਰ ਦੀ ਹੋ ਰਹੀ ਹੈ, ਤੇ ਇਹਦਾ ਰੀਜ਼ਨ ਸਹੀ ਬਣਦਾ ਹੈ। क्लियर है? असर्शन रीजन तो बहुत ही सौखे होंगे सॉल्व करने, बहुत ज्यादा, बल्कि मैंने तो ऐ लगता कि पीएस सेट विच क्यों नहीं आते, बहुत ज्यादा इजी होंगे असर्शन रीजन दूसरे क्वेश्चंस नाल। ਇਹਦੇ ਵਿੱਚ ਤੁਹਾਨੂੰ ਹਿੰਟ ਮਿਲ ਜਾਂਦਾ ਇੱਕ ਤਰੀਕੇ ਦਾ। ਹਾਂਜੀ one of the key principles of national curriculum framework। ਹਾਂਜੀ ਕਹਿੰਦੇ ਜਿਹੜਾ ਐਨਸੀਐਫ ਹੈ ਫਾਊਂਡੇਸ਼ਨਲ ਸਟੇਜ ਵਾਸਤੇ ਉਹਦਾ ਕੀ ਪ੍ਰਿੰਸੀਪਲ ਕੀ ਸੀਗਾ, ਮਲਟੀਲਿੰਗੁਅਲਿਜ਼ਮ ਨੂੰ ਲੈ ਕੇ। ਕਹਿੰਦੇ ਮਲਟੀਲਿੰਗੁਅਲਿਜ਼ਮ ਹੈਜ਼ ਬੋਥ ਕੋਗਨੀਟਿਵ ਤੇ ਸੋਸ਼ਲ ਕਲਚਰਲ ਬੈਨੀਫਿਟ। ਠੀਕ ਹੈ, ਹੁਣ ਜੇ ਮਲਟੀਲਿੰਗੁਅਲਿਜ਼ਮ ਹੋਊਗਾ ਯਾਨੀ ਕਿ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਹੋਣਗੀਆਂ ਤਾਂ ਉਹਦੇ ਵਿੱਚ ਕਲਚਰ ਵੀ ਅਲੱਗ-ਅਲੱਗ ਹੋਊਗਾ, ਕਲਚਰਲ ਬੈਨੀਫਿਟ ਮਿਲਣਗੇ, ਜੋ ਕਿ ਸਹੀ ਹੈ ਸਟੇਟਮੈਂਟ। ਚਿਲਡਰਨ ਮਸਟ ਬੀ ਹੈਲਪ ਟੂ ਅਨਲਰਨ देयर ਹੋਮ ਲੈਂਗੁਏजेस ਐਂਡ ਫੋਕਸ ਆਫ the school must shift on learning the languages of the school। ਕਹਿੰਦੇ ਬੱਚੇ ਨੂੰ ਉਹਨਾਂ ਦੀ ਮਾਤ ਭਾਸ਼ਾ, ਹੋਮ ਭਾਸ਼ਾ ਆਪਾਂ ਅਨਲਰਨ ਕਰਵਾਵਾਂਗੇ, ਵੀ ਜਿਹੜੀ ਆਂਦੀ ਹੋਊਗੀ ਐਂ ਕਹਿ ਦਾਂਗੇ ਵੀ ਇਹ ਤੈਨੂੰ ਆਪਾਂ ਦੁਬਾਰਾ ਤੋਂ ਅਨਲਰਨ ਕਰਵਾ ਦਾਂਗੇ ਵੀ ਇਹ ਤੂੰ ਇਹਨੂੰ ਭੁੱਲ ਜਾਏ ਲੈਂਗੁਏजेस ਨੂੰ। ਕਦੇ ਆਪਾਂ ਕਰਾਵਾਂਗੇ ਉਹਦੀ ਮਦਰ ਟੰਗ ਨੂੰ, ਭੁਲਾਵਾਂਗੇ ਨਹੀਂ ਭੁਲਾਵਾਂਗੇ। ਅੱਗੇ ਮਲਟੀਲਿੰਗੁਅਲਿਜ਼ਮ ਨੇਚਰ ਆਫ ਅ ਕਲਾਸਰੂਮ ਐਕਟ ਐਜ਼ ਅ ਬੈਰੀਅਰ। ਇਹ ਬੈਰੀਅਰ ਐਕਟ ਕਰਦਾ ਮਲਟੀਲਿੰਗੁਅਲਿਜ਼ਮ।
नहीं ये तो वधिया सगा वधिया गल है बच्चे ਨੂੰ ਜਿੰਨੀਆਂ ਜ਼ਿਆਦਾ ਲੈਂਗੁਏजेस ਆਉਂਦੀਆਂ ਹੋਣਗੀਆਂ ਉਨਾ ਜ਼ਿਆਦਾ ਬੈਨੀਫਿਟ ਹੋਊਗਾ ਉਹਨੂੰ ਅੱਗੇ children are not able to pick up multiple oral languages in early years ਕਹਿੰਦੇ early years ਵਿੱਚ ਜਿਹੜੇ ਬੱਚੇ ਆ ਉਹ ਜ਼ਿਆਦਾਤਰ ਭਾਸ਼ਾ ਨੂੰ ਪਿਕ ਨਹੀਂ ਕਰ ਪਾਉਂਦੇ ਇਹਦੇ ਵਿੱਚ ਤਾਂ ਆਪਾਂ ਬੱਚੇ ਦੀ ਡੀਮੋਟੀਵੇਸ਼ਨ ਦੀ ਗੱਲ ਕਰ ਰਹੇ ਬੱਚੇ ਨੂੰ ਡੀਮੋਟੀਵੇਟ ਕਰ ਰਹੇ ਤੇ ਇਹ ਵੀ ਆਪਸ਼ਨ ਨਹੀਂ ਹੈ ਉਹਨਾਂ ਨੇ ਆਪਣੇ ਤੋਂ ਪੁੱਛਿਆ ਸੀ ਕਹਿੰਦੇ one of the key principles of NCF for foundational stage ਫਾਊਂਡੇਸ਼ਨਲ ਸਟੇਜ ਵਾਸਤੇ ਆਪਣੇ ਤੋਂ ਕੀ ਪ੍ਰਿੰਸੀਪਲ ਯਾਨੀ ਕਿ ਇਹਨਾਂ ਨੇ ਆਪਣੇ ਤੋਂ ਕਿਹੜੀ ਆਪਸ਼ਨ ਪੁੱਛੀ ਸੀ ਇੱਥੇ पॉजिटिव ऑप्शन केड़ी है इत्थे पॉजिटिव ऑप्शन फर्स्ट ही ऑप्शन अपनी पॉजिटिव है जिहदे विच आपां नूं कहंदे आ भी जिहड़ी मल्टीलिंगुअलिज्म है कॉग्निटिव ते सोशल कल्चरल बेनिफिट्स हुंदे आ अपना फर्स्ट ऑप्शन की बन जाएगा सही बन जाएगा क्लियर है चलो जी नेक्स्ट देखते हैं अगे क्वेश्चन हाँ जी इन सम ऑफ द स्पीच कम्युनिटीज टू डिफरेंट वैरायटीज ऑफ लैंग्वेजेस कोएग्जिस्ट कहंदे कई तरीके दी स्पीच कम्युनिटीज विच ठीक है अलग अलग वैरायटी ऑफ लैंग्वेज कोएग्जिस्ट करदे आ कोएग्जिस्ट मतलब सेम तरीके सेम लेवल ते एग्जिस्ट करदे ने ओह कहंदे ईच विद द डिस्टिंक्ट रेंज ऑफ सोशल फंक्शन इन्हां दा सोशल फंक्शन वखरा हुंदा इस सिचुएशन नूं असीं केड़ी सिचुएशन बोलांगे हां जी केड़ी सिचुएशन बोलांगे हां जी हाँ जी की ऑप्शन बनेगा ਇਹਦੇ ਵਿੱਚ ਤਾਂ ਇਹਦੇ ਵਿੱਚ ਤੁਹਾਡਾ ਆਪਸ਼ਨ ਬਣੇਗਾ ਜੀ ਫਰਸਟ ਬਣੇਗਾ ਡਾਇਗਲੋਸੀਆ ਹੁਣ ਕੀ ਹੁੰਦਾ ਡਾਇਗਲੋਸੀਆ ਡਾਇਗਲੋਸੀਆ ਹੁੰਦਾ ਧਿਆਨ ਨਾਲ ਸਮਝੋ ਇਨ ਸਮ ਆਫ ਦ ਸਪੀਚ ਕਮਿਊਨੀਕੇਟਿਵ ਹੁਣ ਰਜਿਸਟਰ ਤੁਸੀਂ ਕੀਤਾ ਹੋਇਆ ਹੋ ਨਹੀਂ ਸਕਦਾ ਡਾਇਲੈਕਟ ਨਹੀਂ ਹੋ ਸਕਦਾ ਲਿਪੀ ਦੀ ਗੱਲ ਕੋਡ ਮਿਕਸਿੰਗ ਵੀ ਨਹੀਂ ਹੁੰਦਾ ਡਾਇਗਲੋਸੀਆ ਇਸ ਕਰਕੇ ਹੈ ਕਿਉਂਕਿ ਇਹ ਉਹ ਚੀਜ਼ ਦਰਸਾ ਰਿਹਾ ਕਿ ਜਦੋਂ ਆਪਣੇ ਕੋਲ ਲੈਂਗੁਏਜ ਇੱਕ ਹੁੰਦੀ ਹੈ ਬਟ ਉਹਦੇ ਵਿੱਚ ਵੀ ਆਪਣੇ ਕੋਲ ਕਿੰਨੀਆਂ ਵੈਰਾਈਟੀਜ਼ ਹੁੰਦੀਆਂ ਦੋ ਹੁਣ ਇੰਗਲਿਸ਼ ਹੈ ਇੰਗਲਿਸ਼ ਵਿੱਚ ਬ੍ਰਿਟਿਸ਼ ਇੰਗਲਿਸ਼ ਵੀ ਹੁੰਦੀ ਹੈ ਅਮਰੀਕਨ ਇੰਗਲਿਸ਼ ਵੀ ਹੁੰਦੀ ਹੈ ਹਨਾ ਭਾਸ਼ਾ ਇੱਕ ਹੈ ਬਟ ਉਹਦੀਆਂ ਵੈਰਾਈਟੀਜ਼ ਕਿੰਨੀਆਂ ਨੇ ਬਹੁਤ ਸਾਰੀਆਂ ਨੇ ਹਨਾ ਇੰਗਲਿਸ਼ ਇੱਕ ਹੈ ਹੁਣ ਤੁਸੀਂ ਅਗਰ ਦੇਖੋਗੇ ਕਿਸੇ ਵਰਡ ਦੇ ਸਪੈਲਿੰਗ ਇੰਗਲਿਸ਼ ਚ ਦੋ ਵੀ ਹੁੰਦੇ ਆ ਹਨਾ ਦੋ ਸਪੈਲਿੰਗ ਮੰਨੇ ਜਾਂਦੇ ਦੈਟ ਮੀਨਸ ਬ੍ਰਿਟਿਸ਼ ਇੰਗਲਿਸ਼ ਵਾਲੇ ਅਲੱਗ ਸਪੈਲਿੰਗ ਮੰਨਦੇ ਆ ਅਮਰੀਕਨ ਇੰਗਲਿਸ਼ ਵਾਲੇ ਅਲੱਗ ਸਪੈਲਿੰਗ ਮੰਨਦੇ ਆ ਬਟ ਵੈਰਾਈਟੀ ਇੰਗਲਿਸ਼ ਵਿੱਚ ਹੀ ਆਉਂਦੀ ਹੈ ਤਾਂ ਇਸ ਕਾਰਨ ਉਸ ਟਰਮ ਨੂੰ ਆਪਾਂ ਕੀ ਬੋਲਦੇ ਆ ਡਾਇਗਲੋਸੀਆ ਠੀਕ ਹੈ ਇਹ ਕੁਐਸਚਨ ਵਿੱਚ ਆਪਾਂ ਸ਼ਾਇਦ ਡਿਸਕਸ ਕੀਤੀ ਹੋਈ ਬਟ ਵੈਸੇ ਥਿਊਰੀ ਵਿੱਚ ਸ਼ਾਇਦ ਹਨਾ ਮੇਬੀ ਨਹੀਂ ਹੋਏਗੀ ਠੀਕ ਹੈ ਜੀ ਤਾਂ ਨਿਊ ਟਰਮ ਹੈ ਤਾਂ ਇਹ ਤੁਸੀਂ ਨੋਟ ਡਾਊਨ ਕਰ ਲਓ ਹਾਂਜੀ ਨੋਟ ਡਾਊਨ ਕਰ ਲਓ ਜੀ हाँ जी स्टूडेंट्स नोट डाउन करो जी जो तुसी डायलैक्ट पढ़दे हो तो ओदे ही सब टर्म है ये डायलैक्ट वाला जो एक याद है टेबल करवाया सी डायलैक्ट वाला जिहदे विच डायलैक्ट सी अलग अलग तरीके दे रजिस्टर सीगे ठीक है ओदे विच भी अपने कोल डायग्लोसिया दी एग्जांपल आएंगे बट ये वखरा टॉपिक नहीं लेता जांदा ਤਾਂ ਬਟ ਇਹਦੇ ਵਿੱਚ ਕੁਐਸਚਨਸ ਆ ਗਏ ਆਪਾਂ ਨੂੰ ਪਤਾ ਲੱਗ ਗਿਆ ਵੀ ਐਦਾਂ ਦੇ ਵੀ ਕੁਐਸਚਨ ਫਰੇਮ ਹੋ ਸਕਦੇ ਆ ਠੀਕ ਹੈ ਜੀ ਡਾਇਲੈਕਟ ਵਰਗਾ ਹੀ ਹੁੰਦਾ ਬਟ ਫਰਕ ਸਿਰਫ ਇੰਨਾ ਬਿਕੋਜ਼ ਲੈਂਗੁਏਜ ਦੀ ਵੈਰਾਈਟੀਜ਼ ਆ ਜਾਂਦੀ ਹੈ ਇਹਦੇ ਵਿੱਚ ਉਹ ਜਿਹੜਾ ਟੇਬਲ ਕਰਾਇਆ ਸੀ ਤੁਹਾਨੂੰ ਡਾਇਲੈਕਟ ਵਾਲਾ ਉਹਦੇ ਵਿੱਚ ਆਪਾਂ ਦੇਖਿਆ ਸੀ ਇਹਨੂੰ ਇਹਦੇ ਵਿੱਚ ਤੁਸੀਂ ਐਗਜ਼ਾਮਪਲ ਲਿਖ ਸਕਦੇ ਹੋ ਅਮਰੀਕਨ ਇੰਗਲਿਸ਼ ਕਿਹਦੇ ਵਿੱਚ ਜੀ ਡਾਇਗਲੋਸੀਆ ਤੇ ਕਿਹਦੇ ਵਿੱਚ ਡਾਇਲੈਕਟ ਤਾਂ ਆਪਾਂ ਕਹਿ ਦਿੰਦੇ ਕਿਸੇ ਪਾਰਟਿਕੂਲਰ ਲੈਂਗੁਏਜ ਦਾ ਹੁੰਦਾ ਡਾਇਲੈਕਟ ਤਾਂ ਕਿਸੇ ਉਹ ਤਾਂ ਭਾਸ਼ਾ ਹੀ ਵੱਖਰੀ ਹੋਗੀ ਨਾ ਇਹਦੇ ਵਿੱਚ ਤਾਂ ਇਹਦੇ ਵਿੱਚ ਦੋਨਾਂ ਵਿੱਚ ਲੈਂਗੁਏਜ ਕੀ ਹੈ ਸੇਮ ਹੈ ਬਟ ਉਹਦੇ ਵਿੱਚ ਤਾਂ ਕੀ ਫਰਕ ਵੱਖਰੀ ਹੋ ਜਾਂਦੀ ਹੈ ਲੈਂਗੁਏਜ ਹੀ ਵੱਖਰੀ ਹੋ ਜਾਂਦੀ ਹੈ ਤਾਂ ਉਹ ਚੀਜ਼ ਹੈ ਠੀਕ ਹੈ ਤਾਂ ਡਿਫਰੈਂਸ ਉਹਦੇ ਵਿੱਚ ਹਾਂਜੀ ਨੈਕਸਟ ਦੇਖੋ children work in pairs ਬੱਚੇ pairs ਚ ਕੰਮ ਕਰਦੇ ਆ text is divided in half ਇੱਕ ਵਾਕ ਨੂੰ ਅੱਧੇ ਵਿੱਚ ਤੋੜ ਦਿੱਤਾ ਜਾਂਦਾ ਹੈ one child read the text for the partner ਜਦੋਂ ਪੂਰੇ ਟੈਕਸਟ ਨੂੰ ਅੱਧੇ ਵਿੱਚ ਤੋੜਤਾ ਤਾਂ ਇੱਕ ਬੱਚਾ ਅੱਧਾ ਟੈਕਸਟ ਰੀਡ ਕਰੂਗਾ ਤੇ ਜਿਹੜਾ ਦੂਜਾ ਬੱਚਾ ਹੈ ਉਸ ਟੈਕਸਟ ਨੂੰ ਕੀ ਕਰੂਗਾ ਰਾਈਟ ਕਰੂਗਾ two of them work out the whole text this activity is called ਇਸ ਤਰੀਕੇ ਦੀ ਐਕਟੀਵਿਟੀ ਨੂੰ ਆਪਾਂ ਕੀ ਬੋਲਾਂਗੇ ਠੀਕ ਹੈ ਜੀ रनिंग डिक्टेशन नहीं बोलांगे स्टोरी टेलिंग नहीं वर्ड वैब नहीं वर्ड वैब तो होंगे जिस बहुत सारे वर्ड दे देन वैब वैब ਉਹਨੂੰ ਕਹਿੰਦੇ ਆ ਜਾਲ ਨੂੰ ਕਹਿੰਦੇ ਆ
ਤੇ ਇਹਦੇ ਵਿੱਚ ਆਨਸਰ ਆ ਜਾਊਗਾ ਪਾਰਸ਼ਲ ਡਿਕਟੇਸ਼ਨ, ਕਿਉਂਕਿ ਇਹ ਤਾਂ ਵੈਸੇ ਵੀ ਕੁਐਸਚਨ ਜਮਾ ਆਨਸਰ ਇਹਦੇ ਵਿੱਚ ਲੁਕਿਆ ਪਿਆ ਵੀ ਇੱਕ ਵਾਕ ਹੈ ਉਹਨੂੰ ਅੱਧੇ ਵਿੱਚ ਤੋੜਤਾ, ਡਿਕਟੇਸ਼ਨ ਹੋ ਰਹੀ ਹੈ, ਇੱਕ ਬੱਚਾ ਬੋਲ ਰਿਹਾ ਦੂਜਾ ਬੱਚਾ ਨੂੰ ਲਿਖ ਰਿਹਾ, ਤਾਂ ਪਾਰਸ਼ਲ ਡਿਕਟੇਸ਼ਨ ਹੋ ਰਹੀ ਹੈ, ਅੱਧੀ ਡਿਕਟੇਸ਼ਨ। ਪਾਰਸ਼ਲ ਦਾ ਮਤਲਬ ਵੀ ਕੀ ਹੁੰਦਾ ਇੱਥੇ, ਹਾਫ, ਠੀਕ ਹੈ। ਆਨਸਰ ਇਹਦੇ ਵਿੱਚ ਲਿਖਿਆ ਹੋਇਆ ਸੀ, ਇਹ ਤਾਂ ਬਹੁਤ ਕਾਮਨ ਕੁਐਸਚਨ ਹੈ। ਹਾਂਜੀ क्लियर है, चलो जी नेक्स्ट देखते हैं। हाँ जी बस अगली लैंग्वेज देखते हैं ਆਪਾਂ। हाँ जी हुण आपां वेख रहे हैं जी लैंग्वेज 2, ठीक है। लैंग्वेज 1 वाले डिस्कस कर ले, हुण तुहानूं लैंग्वेज 1 वाले करके क्लीयर हो गया। मैनूं लगदा है 95% क्वेश्चंस की सीगे जिहड़े आपां कीते होए आ ਉਹੀ रिपीट हो रही सी, सारे कंसैप्ट ਉਹੀ ਸੀਗੇ 95%। ਉਹ ਵੀ ਜਿਹੜਾ ਇੱਕ ਅੱਧਾ क्वेश्चन है जिवें डायग्लोसिया वाला, मैनूं कल्ला ਇੱਕ क्वेश्चन ਉਹਦੇ ਵਿੱਚੋਂ डायग्लोसिया नहीं ਲੱਗਿਆ, ਉਹ ਵੀ पर डायलैक्ट ਦੇ कंसैप्ट ਚ ਕੀਤਾ। ਜੇ ਤੁਹਾਨੂੰ डायलैक्ट पता है, ਤੁਹਾਨੂੰ ਰਜਿਸਟਰ ਪਤਾ, ਤਾਂ ਆਰਾਮ ਨਾਲ ਤੁਸੀਂ ਉੱਥੋਂ ਆਪਸ਼ਨ ਐਲੀਮੀਨੇਟ ਕਰਕੇ ਉਹਨੂੰ ਚੂਜ਼ ਕਰ ਸਕਦੇ ਸੀ ਕਿਹੜਾ ਸੀ ਆਪਣਾ ਡਾਇਗਲੋਸਿਆ, ਠੀਕ ਹੈ। ਜੇ ਅਗਰ ਕੁਐਸਚਨ ਆ ਜਾਂਦਾ ਆਪਾਂ ਨੂੰ, ਉਹ ਖੈਰ 7 ਫੈਬ ਵਾਲਾ ਪੇਪਰ ਹੈ, ਉਹ ਤਾਂ ਚਲੋ ਆਪਾਂ ਅਟੈਂਪਟ ਨਹੀਂ ਕੀਤਾ, ਬਟ ਉਹ ਬਹੁਤ ਈਜ਼ੀ ਸੀਗਾ ਫਿਰ ਵੀ, ਠੀਕ ਹੈ। ਮਤਲਬ ਇਹ ਜਿਹੜਾ ਸੈਕਸ਼ਨ ਆਪਾਂ ਕੀਤਾ ਹੈ ਪੈਸੇਜ ਵਾਲੇ ਨੂੰ ਛੱਡ ਕੇ, ਪੈਡਾਗੋਜੀ ਤਾਂ ਉਹ ਵਾਲੀ ਹੈ ਜਿਹੜੀ ਆਪਾਂ ਸਾਰੀ ਦੀ ਸਾਰੀ ਕੀਤੀ ਹੈ। ਪੈਡਾਗੋਜੀ ਤੋਂ ਕੋਈ ਚੀਜ਼ ਨਹੀਂ ਮੈਂ ਕਹਿ ਸਕਦੀ ਜਿਹੜੀ ਬਿਲਕੁਲ ਨਿਊ ਆਈ ਹੈ, ਠੀਕ ਹੈ। ਅਗਰ ਤੁਸੀਂ ਕਨਸੈਪਟ ਵਧੀਆ ਤਰੀਕੇ ਨਾਲ ਕੀਤੇ ਹੈ, ਤੁਸੀਂ ਸਾਰੀਆਂ ਥਿਊਰੀ ਲੈਕਚਰ ਲਾਏ ਆ, ਸਾਰੇ ਤੁਸੀਂ ਐਪ ਵਾਲੇ ਟੈਸਟ ਸੋਲਵ ਕੀਤੇ ਜਿਹੜੇ ਆਪਣੇ ਐਪ 'ਚ ਟੈਸਟ ਪਾਏ ਪਏ ਆ, ਸਾਰੇ ਤੁਸੀਂ ਇੱਥੇ ਮੌਕ ਟੈਸਟ ਦਿੱਤੇ ਆ, ਤਾਂ ਇਹ ਮਜਾਲ ਹੀ ਨਹੀਂ ਹੈਗੀ ਤੁਸੀਂ ਕੋਈ ਕੁਐਸਚਨ ਹੋ ਜੋ ਤੁਹਾਨੂੰ ਨਹੀਂ ਆਉਂਦਾ ਹੋਊਗਾ। क्लीयर है, तो ये वाला देखो नेक्स्ट लैंग्वेज 2 आ गई, ठीक है। पैसेज मैं छड़ रही है, मैं तुहानूं पैडागोजी डिस्कस करवा रही हूं, तो देखो पैडागोजी, हाँ जी पैडागोजी देखो भी अपनी पैडागोजी आई गेस स्टार्ट होंदी है 120 हाँ जी 130 तो स्टार्ट हो रही है पैडागोजी अपनी। तो देखो हाँ जी, गिवन बिलो आर द लर्निंग आउटकम्स फॉर रीडिंग स्किल एट फाउंडेशनल स्टेज। फाउंडेशनल स्टेज ते रीडिंग स्किल बारे दो स्टेटमेंट लिखे हुए, कहते रीड्स शॉर्ट पैसेजेस एक्यूरेटली एंड फ्लुएंटली विद एप्रोप्रिएट इंटोनेशन पॉजेस। यानी कि 3 स्टेटमेंट आपां नूं दित्ती है, कहते जो बच्चा रीडिंग कर रहा है फाउंडेशनल स्टेज, फाउंडेशनल स्टेज आपां किहनूं बोलदे हैं, हाँ जी फाउंडेशनल स्टेज किहनूं बोलदे हैं जी, हाँ जी किसी को नहीं पता फाउंडेशनल स्टेज किहनूं बोलते हैं आपां, हाँ जी हाँ जी दसो, कदे नहीं वर्ड सुनिया तुसी फाउंडेशनल स्टेज, ये याद नहीं हैगा, हाँ जी हाँ जी रमन की होंदी है फाउंडेशनल स्टेज, हाँ जी लीशा हुंदी शुरुआती दौर ती है, बट हुंदी की है ये टर्म क्लियर है फाउंडेशनल, बहुत बार की हुई आप फाउंडेशनल स्टेज, बस एक दो बच्चों नहीं आंदा है, हाँ जी हाँ जी सही आंसर दे रहे हो, ठीक है। फाउंडेशनल स्टेज की होंदी है जो आप कह सकते हैं बच्चे की जो बेस वाली स्टेज होंदी है, फाउंडेशनल स्टेज अर्ली एजुकेशन वाली, जो आप कह सकते हैं जिमें अपने कोल करिकुलम हुंदा ਉਹਦੇ ਵਿੱਚ स्टेजेस नहीं डिवाइड करती सी, फाउंडेशनल स्टेज बनाती सी जिमें ਜਿਹੜੀ ਤੁਹਾਡੀ ਕਲਾਸਿਸ ਉਹਨਾਂ ਦੀ ਗਰੁੱਪਿੰਗ ਕਰ ਦਿੱਤੀ ਗਈ ਸੀ, ਠੀਕ ਹੈ। ਤਾਂ ਉਹਨੂੰ ਬੋਲਦੇ ਆ ਜੋ ਆਪਾਂ ਕਹਿ ਸਕਦੇ ਫਸਟ ਵਾਲੀ ਹੁੰਦੀ ਹੈ,
रीड शॉर्ट पैसेजेस एक्यूरेटली फ्लुएंटली विद एप्रोप्रिएट इंटोनेशन। कहते बच्चा पैसेज रीड करू, बच्चा वाक रीड करूगा या बच्चा शॉर्ट पैसेज रीड करूगा इंटोनेशन ते पॉज नाल। तो सब तो पहला पॉइंट केड़ा होगा इहदे विच? फर्स्ट स्टैप बच्चा की रीड करन लगूगा इहदे विच? सेंटेंस। उस बाद की रीड करूगा? पैसेज। पैसेज जो रीड करू इंटोनेशन ते पॉज नाल। तीजे नंबर ते की रीड करूगा? ਜਿਹੜੇ शॉर्ट पैसेजेस है फ्लुएंटली नाल ही नाल की हो जाएगी ਉਹਦੇ ਵਿੱਚ वॉइस मॉड्यूलेशन। मतलब ਆਪਾਂ स्टैपिंग करनी ਸੀ ਇਹਦੀ, ਕਿਹੜਾ ਸਟੈਪ ਪਹਿਲਾ ਹੋਊਗਾ, ਕਿਹੜਾ ਦੂਜਾ, ਕਿਹੜਾ ਤੀਜਾ। ਪਹਿਲੇ ਚ ਬੱਚਾ ਸੈਂਟੈਂਸ ਨੂੰ ਰੀਡ ਕਰੂਗਾ, ਦੂਜੇ ਵਿੱਚ ਬੱਚਾ ਪੈਸੇजेस ਨੂੰ ਐਕੂਰੇਟਲੀ ਰੀਡ ਕਰੂਗਾ, ਤੀਜੇ ਵਿੱਚ ਬੱਚਾ ਸ਼ਾਰਟ ਪੈਸੇजेस ਨੂੰ ਐਕੂਰੇਟਲੀ फ्लुएंटली रीड करके वॉइस मॉड्यूलेशन यानी कि 1 2 3 यानी कि पहला बी आएगा फिर सी ए, बी सी ए। देखो केड़ी ऑप्शन च है? फोर्थ ऑप्शन। क्लियर है? नेक्स्ट देखो, विच ऑफ द फॉलोइंग इज नॉट द पार्ट ऑफ एक्सटेंसिव लिसनिंग। एक्सटेंसिव लिसनिंग दा केड़ी चीज पार्ट नहीं हैगी? हाँ जी, मेकिंग इन्फरेंसेस, लिसनिंग फॉर सर्टेन फैक्ट एंड इंफॉर्मेशन, लिसनिंग फॉर जस्ट लिसनिंग फॉर अ मेन आइडिया। हाँ जी, एक्सटेंसिव लिसनिंग केड़ी हुंदी है? एक्सटेंसिव लिसनिंग विच तुसी सिर्फ किदे वास्ते रीड कर रहे हो? तुसी कोई हाँ जी इंजॉयमेंट वास्ते करदे या फिर तुसी कोई मेन आइडिया लेना होवे, कोई डीप अंडरस्टैंडिंग नहीं चाहिए थानू। हुण इहदे विच लिसनिंग फॉर जस्ट भी नहीं आएगा। जिस दा मतलब की हुंदा है? हाँ जी, ਇਹਦਾ मतलब ਜਦੋਂ ਕੋਈ ਖਾਸ ਇਨਫੋਰਮੇਸ਼ਨ ਕੱਢਣੀ ਹੁੰਦੀ ਹੈ ਉਹਨੂੰ ਬੋਲਦੇ ਆ। ਠੀਕ ਹੈ, ਲਿਸਨਿੰਗ ਫॉर ਫੈਕਟ ਇਹਦੇ ਵਿੱਚ ਵੀ ਇਨਫੋਰਮੇਸ਼ਨ ਕੱਢਣੀ ਹੈ, ਇਨਫਰੈਂਸਸ ਵਿੱਚ ਵੀ ਖਾਸ ਇਨਫੋਰਮੇਸ਼ਨ। मतलब ਇਹ ਤਿੰਨੇ ਨਾ ਤੁਹਾਡੇ ਕੋਲ ਫਸਟ 3 ਆਪਸ਼ਨਸ ਆ ਇੰਟੈਂਸਿਵ ਦੀਆਂ ਪਾਰਟ ਹੋ ਗਈਆਂ। ਤਾਂ ਲਾਸਟ ਵਾਲੀ ਕਿਹੜੀ ਰਹਿ ਗਈ ਤੁਹਾਡੇ ਕੋਲ? ਇੱਕ ਮਿੰਟ ਰੁਕੋ, ਵਿਚ ਆਫ ਦ ਫॉलोइंग ਇਜ਼ ਨॉट ਦੀ ਨॉट ਪੁੱਛਿਆ ਆਪਣੇ ਕੋਲ। Which of the following is not the part of extensive listening? हाँ जी, ਇਹਦਾ ਆਊਗਾ ਆਨਸਰ ਲਿਸਨਿੰਗ ਫॉर ਸਰਟਨ ਫੈਕਟ ਐਂਡ ਇਨਫੋਰਮੇਸ਼ਨ। ਕਿਉਂ? ਕਿਉਂਕਿ ਜਿਹੜੀ ਇਹ ਵਾਲੀ ਚੀਜ਼ ਹੈ ਇਹ ਕਿਹੜੀ ਐਗਜ਼ਾਮਪਲ ਹੋਗੀ ਕੱਲੀ ਤੁਹਾਡੇ ਕੋਲ? ਇੰਟੈਂਸਿਵ ਦੀ। ਤਾਂ ਇਹੀ ਆਏਗੀ ਆਪਣੇ ਕੋਲ ਆਨਸਰ। ठीक है जी, इंटेंसिव दी। अगे, विच ऑफ द फॉलोइंग टास्क कैन नॉट बी यूज फॉर असेसमेंट ऑफ अ रीडिंग स्किल। हाँ जी, इन्हां विचों केड़ा टास्क तुसी रीडिंग स्किल वास्ते नहीं यूज करोगे? पिक्चर क्यू कार्ड, वर्ड आइडेंटिफिकेशन, स्टोरी टेलिंग सैशन, मल्टीपल चॉइस क्वेश्चन या फिर रीडिंग अलाउड। हाँ जी, रीडिंग सैशन वास्ते तुसी केड़ी चीज यूज नहीं करोगे? दसो जी केड़ी चीज होएगी? हाँ जी, रीड अलाउड हो जाएगी। ठीक है, उदों बाद हाँ जी स्टोरी टेलिंग सैशन बाय द टीचर। उस बाद अपने को हो गया पिक्चर क्यू कार्ड, वर्ड आइडेंटिफिकेशन, ये भी हो जाएगी। मल्टीपल चॉइस क्वेश्चन बेस्ड ऑन दी टेक्स्ट रीड, ये भी हो जाएगी। कल सैकेंड ऑप्शन नहीं होएगी क्योंकि ये बच्चा थोड़ा ना रीड कर रहा है, कौन रीड करी जाता है? टीचर रीड कर रहा है। ठीक है, ये आप रीडिंग किवें असैस करांगे? ठीक है, ये तो रीडिंग असैस हो ही नहीं पानी। नैक्सट देखो 133, विच ऑफ द फॉलोइंग स्टेटमेंट करेक्टली डिफाइंस रनिंग डिक्टेशन। देखो जेड़ा तुहानू पार्शियल डिक्टेशन करवाई सी ना, ओदे विच ही रनिंग डिक्टेशन वाला क्वेश्चन। हाँ जी, की आंसर होएगा? देखो की आंसर होएगा जी? करो जी रीड इनू। हाँ जी, की ऑप्शन लगाया है? हाँ जी, की ऑप्शन लगाया जी? किसी ने नहीं कोई ऑप्शन लगाया? कल एक जने ने लगाया। हाँ जी, हाँ जी कुलदीप, की ऑप्शन लगाया तुसी? हाँ जी, देखो भाई, विच ऑफ द फॉलोइंग स्टेटमेंट करेक्टली डिफाइंस रनिंग डिक्टेशन। चिल्ड्रन वर्क इन पेयर्स, जेडे बच्चे पेयर्स विच काम करते हैं। द रनर रनस टू सी द टेक्स्ट, जेड़ा रनर है वो टेक्स्ट नू देखदा रन करके डिक्टेट टू द पार्टनर। ठीक है,
दो बच्चे दे पेयर बनाता, जेड़ा बच्चा छेती छेती की करेगा, रन करेगा, भज के जाएगा, टेक्स्ट नू देखेगा ते आपदे पार्टनर नू की करेगा, ओदा पार्टनर उत्थे खड़ा ओनू की करेगा, उस वर्ड नू डिक्टेट करेगा, बोलेगा, फिर जेड़ा पार्टनर है वही टेक्स्ट नू राइट करेगा, लिखेगा। देखो जी मैं जिवें हमेशा कहनी हुंदी है जेड़ा आंसर है क्वेश्चन विच ही लुकिया हुंदा है। वर्ड गल कीती है रनिंग दी, रनिंग वर्ड इत्थे आ गया तो ऑप्शन थोड़ी पहली ऑप्शन ही बनूगी। जदों पार्शियल डिक्टेशन विच जदों टेक्स्ट नू अद्धा डिवाइड करके एक जना बोली जांदा दूजा लिखी जांदा, इहदे विच रन करी जांदा, तो यही तो हैगी रनिंग डिक्टेशन तुहाडे कोल। ठीक है, टीचर डिक्टेट द वर्ड, नहीं ये रनिंग डिक्टेशन नहीं हैगी। स्टूडेंट हियर और रीड डिफरेंट पार्ट ऑफ टेक्स्ट देन एक्सचेंज इन्फॉर्मेशन, नहीं जी। चिल्ड्रन वर्क इन पेयर्स, टेक्स्ट डिवाइडेड इन हाफ, ये की है हाफ वाली तो पार्शियल डिक्टेशन है, तो आंसर की बन गया थोड़े को फर्स्ट ऑप्शन। ठीक है, नेक्स्ट देखो, चाइल्ड इज बॉर्न विद इनेट कैपेसिटी टू एक्वायर लैंग्वेज, ये आइडिया किने दिता सी? हाँ जी, इनेट कैपेसिटी दा आइडिया किने दिता सी जी? हाँ जी रमन, किने दिता सी इनेट कैपेसिटी दा आइडिया? हाँ जी चॉम्स्की ने दिता सी। चॉम्स्की दी थ्योरी केड़ी सीगी? नेटिविस्ट थ्योरी। इन्नी बार करवाया होया तुहानू, इन्नी बार रिपीट होया क्वेश्चन। एलईडी दी गल कीती सी, फिर उहदे बाद उन्हें ट्रांसफॉर्मेटिव ग्रामर दी गल कीती सी बई, ट्रांसफॉर्मेटिव ग्रामर की गल की सी, इनेट कैपेसिटी दी, तीन चीज़ां करवाई चॉम्स्की च तुहानू। इनेट कैपेसिटी करवाई है, ट्रांसफॉर्मेटिव जनरेटिव ग्रामर करवाई है, एलईडी कराई, तो थ्योरी का नाम करवाया सी नेटिविस्ट थ्योरी करवाया सीगा। ठीक है, सीधा सीधा देखो क्वेश्चन पे है, जमा सीधा क्वेश्चन। नेक्स्ट देखो जी 135, in process of writing approach the element of the writing process during which writer firmly shares their work with the wider audience। कहते जो राइटर आपका काम खत्म कर लेंदा, राइटिंग के सारिया प्रोसैसेस हो जाती, जो वो आपकी राइटिंग नू ऑडियंस तक पहुंचाता है उन्होंने आपां की बोलते हैं? हाँ जी, बहुत कॉमन। कोई भी राइटर है पहला एक ਆਪਾਂ ਜਿਹਨੂੰ ਕਹਿ ਦਿੰਦੇ ਕੱਚਾ ਕੰਮ ਉਹ ਲਿਖਦਾ ਹੈ, ਉਦੋਂ ਬਾਅਦ ਉਹਦੀ ਫਸਟ ਕਾਪੀ ਜਾਂਦੀ ਹੈ ਮਾਰਕੀਟ ਵਿੱਚ, ਦੈਟ ਮੀਨਸ ਉਹ ਪਬਲਿਸ਼ ਹੋ ਗਈ, ਉਹਦੀ ਪਬਲਿਸ਼ਿੰਗ ਹੁੰਦੀ ਉਹਦਾ ਮਤਲਬ। ਫॉर ਡੀਲਿੰਗ ਵਿਦ ਡਿਫਿਕਲਟ ਵਰਡ, ਜਦੋਂ ਆਪਾਂ ਡਿਫਿਕਲਟ ਵਰਡ ਨਾਲ ਡੀਲ ਕਰਦੇ ਹਾਂ ਕਿਸੇ ਵੀ ਟੈਕਸਟ ਵਿੱਚ, ਕਹਿੰਦੇ ਲੈਂਗੁਏਜ ਟੀਚਰ ਫਸਟ ਕਨਵਰਟ ਦਾ ਵਰਡਸ, ਜਿਹੜਾ ਲੈਂਗੁਏਜ ਦਾ ਟੀਚਰ ਆ ਸ਼ਬਦਾਂ ਨੂੰ ਕਿਹਦੇ ਵਿੱਚ ਕਨਵਰਟ ਕਰ ਦਿੰਦਾ? ਉਹਦੀ ਮਦਰ ਟੰਗ ਵਿੱਚ, ਉਦੋਂ ਬਾਅਦ ਉਹਨੂੰ ਮੈਮੋਰਾਈਜ਼ ਕਰਾਉਂਦਾ। ਵੈਰੀ ਇੰਪੋਰਟੈਂਟ ਮੈਥਡ ਕਿਹੜਾ ਮੈਥਡ ਹੈ ਜੀ? ਇਹ ਤਾਂ ਸਾਡਾ GTM ਮੈਥਡ ਹੈ। ਕਿਹੜਾ ਮੈਥਡ ਹੈ? ਗ੍ਰਾਮਰ ਟ੍ਰਾਂਸਲੇਸ਼ਨ ਮੈਥਡ। ਬਹੁਤ ਕੁਐਸਚਨਸ ਕੀਤੇ ਹੋਏ ਆਪਾਂ ਇਹਦੇ ਗ੍ਰਾਮਰ ਟ੍ਰਾਂਸਲੇਸ਼ਨ ਦੇ, ਜਿਹਦੇ ਵਿੱਚ ਮੈਂ ਤੁਹਾਨੂੰ ਬਾਰ-ਬਾਰ ਕਿਹਾ ਸੀ ਵੀ ਕੋਈ ਵੀ ਟਾਰਗੇਟ ਲੈਂਗੁਏਜ ਹੈ ਉਹਨੂੰ ਕਿਹਦੇ ਵਿੱਚ ਟ੍ਰਾਂਸਲੇਟ ਕਰਵਾਇਆ ਜਾਂਦਾ ਹੈ? ਮਦਰ ਟੰਗ ਵਿੱਚ। ਬਟ ਜਿੱਥੇ ਕੁਐਸਚਨ ਆ ਜਾਂਦਾ ਟਾਰਗੇਟ ਨੂੰ ਟਾਰਗੇਟ ਵਿੱਚ ਹੀ ਪੜਾਇਆ ਜਾਂਦਾ, ਫਿਰ ਕਿਹੜਾ ਮੈਥਡ ਹੁੰਦਾ ਆਪਣੇ ਕੋਲ? ਫਿਰ ਡਾਇਰੈਕਟ ਮੈਥਡ ਬਣ ਜਾਂਦਾ। ਠੀਕ ਹੈ ਜੀ, ਸਾਰਾ ਥਿਊਰੀ ਵਿੱਚੋਂ ਆਇਆ ਹੋਇਆ। ਦੇਖੋ ਨੈਕਸਟ, the space between what a learner can do without resistance and what they can do in collaboration with adult or a more capable। ਕਹਿੰਦੇ ਦੋ ਚੀਜ਼ਾਂ ਨੇ, ਇੱਕ ਚ ਬੱਚਾ ਖੁਦ ਕਰ ਸਕਦਾ, ਇੱਕ ਚ ਬੱਚਾ ਕਿਸੇ ਦੀ ਹੈਲਪ ਨਾਲ ਕਰ ਸਕਦਾ। ਉਹ ਵਿਚਲੇ ਗੈਪ ਨੂੰ ਆਪਾਂ ਕਿਹੜਾ ਗੈਪ ਬੋਲਦੇ ਆ? ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ZPD। ਵੈਰੀ ਇੰਪੋਰਟੈਂਟ ਕੁਐਸਚਨ। an impairment of language function due to localized cerebral damage, cerebral damage यानी कि नर्वस सिस्टम से डैमेज हो गया। ठीक है, which lead to difficulty in understanding, ना तो अंडरस्टैंडिंग हो रही है, ना ही बच्चा लिंग्विस्टिक फ्रॉम, ना ही लैंग्वेज नु प्रोड्यूस कर पा रहा है। केड़ी बीमारी है? जिस कैलकुलेट तक इनर रिलेटेड होंदी है, मैथ नाल तां हो नहीं सकदी। डिजायर से किन्ना रिलेटेड होंदी है? हाँ जी, ਇਹ ਰਿਲੇਟਡ ਹੁੰਦੀ ਹੈ ਜਦੋਂ ਤੁਹਾਡੇ ਫੇਸ਼ੀਅਲ ਮਸਲਸ ਚੰਗੀ ਤਰੀਕੇ ਨਾਲ ਮੂਵ ਨਹੀਂ ਕਰਦੇ, ਜਿਹੜੀ ਸਾਡੀ ਜੌ ਲਾਈਨ ਹੁੰਦੀ ਹੈ, ਜਿਹੜੇ ਮਸਲਸ ਹੈ ਮੂਵ ਨਹੀਂ ਕਰਦੇ, ਤਾਂ ਸਾਡੀ ਸਪੀਚ ਵੀ ਨਹੀਂ ਨਿਕਲਦੀ, ਅਸੀਂ ਬੋਲ ਨਹੀਂ ਸਕਦੇ। ਤਾਂ ਇਹਦੇ ਵਿੱਚ ਕਿਹੜੇ ਡੈਮੇਜ ਹੁੰਦੇ ਆ ਤੁਹਾਡੇ ਮਸਲਸ? ਕਿਹੜੇ ਮਸਲਸ? ਫੇਸ਼ੀਅਲ ਮਸਲ। ਇਹ ਆਪਸ਼ਨ ਵੀ ਨਹੀਂ ਹੋ ਸਕਦੀ। ਅਫੇਜ਼ੀਆ, ਆਨਸਰ ਕੀ ਬਣੂ ਤੁਹਾਡਾ? ਅਫੇਜ਼ੀਆ, ਕਿਉਂਕਿ ਅਫੇਜ਼ੀਆ ਵਿੱਚ ਤੁਹਾਡਾ ਇੱਥੇ ਕੋਗਨੀਟਿਵ ਇੱਥੇ ਇਫੈਕਟ ਪੈਂਦਾ, ਜਿਹਦੇ ਕਾਰਨ ਤੁਸੀਂ ਸਪੀਚ ਨਹੀਂ ਪ੍ਰੋਡਿਊਸ ਕਰ ਸਕਦੇ। ਕੋਗਨੀਟਿਵ ਮਤਲਬ ਸੈਰੀਬਰਲ ਨਰਵਸ ਸਿਸਟਮ ਨਾਲ ਕਹਿ ਰਿਹਾ। ਤੇ ਡਿਸਲੈਕਸੀਆ ਦਾ ਕਿਹੜੀ ਪ੍ਰੋਬਲਮ ਹੁੰਦੀ ਹੈ? ਡਿਸਲੈਕਸੀਆ, ਇਹ ਤਾਂ ਰੀਡਿੰਗ ਨਾਲ ਰਿਲੇਟਡ। ਤਾਂ ਆਨਸਰ ਕੀ ਬਣਦਾ ਤੁਹਾਡੇ ਕੋਲ? ਥਰਡ ਆਪਸ਼ਨ। ਠੀਕ ਹੈ, ਸਾਰੇ ਡਿਸਆਰਡਰਸ ਕਰਵਾਏ ਹੋਏ ਆ ਤੁਹਾਨੂੰ ਇਹਦੇ ਵਿੱਚ ਮੈਨੇ। ਪ੍ਰੋਸੈਸ ਬਾਈ ਵਿਚ ਲੈਂਗੁਏਜ ਇਜ਼ ਪਾਸ ਫਰਮ ਵਨ ਜਨਰੇਸ਼ਨ ਟੂ ਅਨਦਰ। ਹਾਂਜੀ, ਉਹ ਕਿਹੜੀ ਪ੍ਰੋਸੈਸ ਹੈ ਜਿਹਦੇ ਵਿੱਚ ਲੈਂਗੁਏਜ ਨੂੰ ਤੁਸੀਂ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਵਿੱਚ ਪਾਸ ਕਰਦੇ ਹੋ? ਆਰਬਿਟਰੀਨੈਸ ਨਹੀਂ। ਆਰਬਿਟਰੀ ਕੀ ਹੁੰਦਾ? ਨੇਚਰ, ਕਿ ਜਿੱਦਾਂ ਦੀ ਲੈਂਗੁਏਜ ਲਿਖਦੇ ਆ ਤੇ ਜਿੱਦਾਂ ਦਾ ਮੀਨਿੰਗ ਹੁੰਦਾ ਉਹਨਾਂ ਵਿੱਚ ਕੋਈ ਲਿੰਕ ਨਹੀਂ ਹੁੰਦਾ। ਇਹ ਆਰਬਿਟਰੀ ਪ੍ਰਿੰਸੀਪਲ ਹੈ। ਡਿਸਪਲੇਸਮੈਂਟ ਨਹੀਂ ਹੋਗੀ, ਪ੍ਰੋਡਕਟਿਵਿਟੀ ਨਹੀਂ। ਸਿੰਪਲ ਇਹਦਾ ਮਤਲਬ ਹੈ ਵੀ ਕਲਚਰ ਤੋਂ ਟ੍ਰਾਂਸਮਿਸ਼ਨ, ਇੱਕ ਕਲਚਰ ਤੋਂ ਦੂਜੀ ਕਲਚਰ ਜਾ ਰਹੀ ਹੈ ਤੇ ਹਰ ਇੱਕ ਕਲਚਰ ਕਿਹਦੇ ਨਾਲ ਰਿਲੇਟਡ ਹੁੰਦਾ? ਕਿਸੇ ਖਾਸ ਜਨਰੇਸ਼ਨ ਨਾਲ। ठीक है, नेक्स्ट देखो, between 12 to 18 months children begin to produce a variety of recognizable single unit utterances। single unit मतलब मम्मा पापा, है single एक एक शब्द। हुण एक शब्द वाली स्टेज केड़ी सी तुहाडे कोल?
ਹੋਲੋਫਰਾਸਟਿਕ ਸਟੇਜ ਸੋਚਣ ਦੀ ਵੀ ਲੋੜ ਨਹੀਂ ਸੀ, ਸਿੱਧਾ ਸਿੱਧਾ ਕੁਐਸਚਨ ਬਣਦਾ। 4 ਸਟੇजेस ਕਰਵਾਈਆਂ ਹੋਈਆਂ ਸੀ। अर्ਲੀ ਵੋਕਲ ਜਿਹਦੇ ਵਿੱਚ ਕੁਇੰਗ ਕਰਵਾਈ ਸੀ, ਬੈਬਲਿੰਗ ਕਰਵਾਈ ਸੀ, ਦੂਸਰੇ ਵਿੱਚ ਹੋਲੋਫਰਾਸਟਿਕ ਕਰਵਾਈ ਸੀ, ਥਰਡ ਵਿੱਚ ਕਿਹੜੀ ਕਰਵਾਈ ਸੀਗੀ 2 वर्ड स्टेज करवाई सी, ते चौथी केड़ी करवाई सी मैंने कैलीग्राफी करवाई सी। ठीक है जी। सिंगल यूनिट सेंटेंस बच्चा बोल रहा, इस पीरियड में आपां केड़ा बोलांगे, सिंगल यूनिट का मतलब मम्मा पापा के कल्ला पानी, तो मतलब आंसर की बन गया सीधा सीधा होलोफ्रेस्टिक स्टेज। ठीक है जी। नेक्स्ट क्वेश्चन देखो 41, रीड द स्टेटमेंट गिवन बिलो ऑन रीडिंग एंड राइटिंग स्किल। कहंदे अंडरस्टैंडिंग ऑफ एंड एबिलिटी टू रीड आल्सो अफेक्ट द एबिलिटी टू राइट। जिद्दां दा तुसी रीड करोगे है ना, जिवें दी मैं रीड कर रही है वो रीडिंग मेरी राइटिंग नूं भी प्रभावित करूगी जी। क्यों करूगी? क्योंकि सारियां स्किल्स एक दूजे नाल की हुंदियां ने, जुड़ियां हुंदियां ने, इंटर रिलेटेड हुंदियां ने। असर्शन की है? ट्रू है। अगे कहंदे रीडिंग ते राइटिंग की है सैपरेट प्रोसेसिस। हुण ये स्टेटमेंट की होगी? फॉल्स। क्यों? क्योंकि पहले तो आप ही कही जाते जुड़ियां हुई ने, दूजे च आप ही कही जाते कहते अलग अलग प्रोसेस है, फिर ये तो 2 कॉन्ट्राडिक्टरी स्टेटमेंट हो गया। तो इसका मतलब ए इज ट्रू एंड बी इज फॉल्स। ए इज करेक्ट, बी इज इनकरेक्ट। क्लियर है? आगे समझ। अगे देखो ऑल लैंग्वेजेस हैव सर्टेन कॉमन प्रॉपर्टीज, दीज आर कॉल्ड। हर एक लैंग्वेज को कुछ कॉमन प्रॉपर्टीज होंगे, इनू आपां लैंग्वेज दी की बोलते हैं? हाँ जी, डायलैक्ट थोड़ा ना बोलोगे। हर एक लैंग्वेज का वखरा डायलैक्ट होंगे। डायलैक्ट किमें हो जाऊगा? डिग्लॉसिया तुसीं पढ़ लिया कि हुंदा है, एक लैंग्वेज की अलग वैरायटी होंगी, रजिस्टर नहीं होंदा। रजिस्टर होंदा खास मौके ते किहड़े शब्द यूज करो, जिवें वैडिंग सैरेमनीज, जिवें जिहड़े विआह दे कार्ड होंदे, जिहड़ी ओहदी लैंग्वेज होंदी, ओह लैंग्वेज तुसीं आम बोल सकदे हो? नहीं, वो तो थोड़ी अलग टाइप की लैंग्वेज है, उत्थे विआह दे कार्ड च सोहनी लगदी ओह वाली लैंग्वेज। ठीक है, तो वो रजिस्टर्स होंदे। लैंग्वेज यूनीवर्सल, बई लैंग्वेज यूनीवर्सल। यूनीवर्सल की हुंदा है? हाँ जी, की हुंदा यूनीवर्सल? सर्वव्यापक। तो कहते हर एक भाषा की कुछ कॉमन प्रॉपर्टीज है। कॉमन प्रॉपर्टीज मतलब वो प्रॉपर्टीज सर्वव्यापक ने, सारे किते वही प्रॉपर्टी लगदियां ने। दैट मींस की आंसर हो गया लैंग्वेज यूनीवर्सल। ठीक है जी। इस बाद अपना पैसेज स्टार्ट हो जाता है। एक मिनट, अपने आइडिया से क्वेश्चंस रह गए थोड़े जे। हाँ जी, 2 क्वेश्चंस रह गए, 128 ते 129 स्टार्टिंग विच। मैं 131 तो स्टार्ट कर 130 तो स्टार्ट कर। देखो एक्सेप्टेंस ऑफ लिंग्विस्टिक डाइवर्सिटी इन अ क्लास। कहंदे क्लास विच जेहड़ी लिंग्विस्टिक डाइवर्सिटी है, लिंग्विस्टिक डाइवर्सिटी की हुंदी है? लिंग्विस्टिक शब्द किहदे नाल रिलेटेड है? डाइवर्सिटी वखरेवा। कहंदे क्लास विच जेहड़ी भाषा दा वखरेवा हुंदा, क्योंकि हर एक बच्चे दी जेहड़ी मदर टंग वखरी होएगी। ते कहंदे ये की करेगी? ये क्लास ते कोई इंपैक्ट नहीं पाएगी लैंग्वेज लर्निंग ते। अगे ये बूस्ट अप करेगी बच्चे दे कॉन्फिडेंस नूं, ताकि बच्चा इमेजिनेटिव स्किल्स वधन गया। ये रोकेगी बच्चे नूं लैंग्वेज फ्लुएंसी विच, हिंडर दा मतलब हुंदा रुकावट पैदा करेगी, या बच्चे दा कॉन्फिडेंस घटा देगी। तो आपां कोई भी नेगेटिव वर्ड नहीं चूज करना हुंदा ऑप्शन च, ध्यान रखा करो। डिस्ट्रॉय करेगी नेगेटिव वर्ड है, हिंडर रुकावट करेगी नेगेटिव वर्ड है, बच्चे ते इंपैक्ट नहीं पाएगी नेगेटिव वर्ड है। आंसर की बन जूगा बच्चे दा कॉन्फिडेंस वधाऊगी। 4 बच्चे है, चारे बच्चों के घरे मदर टंग वखरी बोली जाती है, सारे बच्चे रोज स्कूल च इकट्ठे रहते हैं, वो एक दूजे के वर्ड सीखणगे। दैट मीनस ਉਹਦੇ ਨਾਲ बच्चे का कॉन्फिडेंस ही ਵਧੇਗਾ, ਉਹ ਨਵੀਆਂ ਨਵੀਆਂ ਇਮੈਜਿਨੇਟਿਵ ਤੇ ਕ੍ਰੀਏਟਿਵ ਗੱਲਾਂ ਹੀ ਸਿੱਖੇਗਾ। ठीक है। अगे विच ऑफ द फॉलोइंग इज नॉट द कैरेक्टरिस्टिक प्रिंट अवेयरनेस एज अ पार्ट ऑफ इमरजेंट लिटरेसी। हाँ जी, इमरजेंट लिटरेसी मैं क्वेश्चन विच करवाया होया, कौन दसेगा इमरजेंट लिटरेसी की हुंदी है? हाँ जी, इमरजेंट लिटरेसी की हुंदी है जी? किनू याद है? मैं करवाया होया क्वेश्चन विच। इमरजेंट लिटरेसी यानी कि जेड़ा स्टार्टिंग फेज हुंदा, स्टार्टिंग पीरियड हुंदा है, वो दस रहा है। कहंदे इन्हां विचों केड़ी चीज इमरजेंट लिटरेसी दा पार्ट नहीं हैगा? तो इमरजेंट लिटरेसी विच जेड़ा बच्चा स्टार्टिंग च चीज़ां करदा है, हुण देखो रीडिंग इज डन फ्रॉम लैफ्ट टू राइट, टॉप टू बॉटम। शुरुआती दौर ते आपां बच्चे नूं दसदे हुंदे ने भी रीडिंग किवें करदे आ, लैफ्ट तो लैके, मैं इधरों पढ़ूंगी मैं उधरों पढ़ना स्टार्ट करूंगी, लैफ्ट तो पढ़ूंगी तो बच्चे ने शुरू च दसांगे आपां। टॉप टू बॉटम मैं नीचों उपरों पढ़ूंगी, उपरों नीचों पढ़ूंगी, उपरों नीचों, तो ये चीज बच्चे को आपां स्टार्टिंग च दसांगे। दैट मीनस ये पार्ट हैगा इमरजेंट लिटरेसी का। अगे
स्टार्टिंग टू रीड फुल सेंटेंस बच्चे ਨੂੰ ਸ਼ੁਰੂ ਚ ਦੱਸਾਂਗੇ ਵੀ ਪੂਰੇ ਪੂਰੇ ਸੈਂਟੈਂਸ ਰੀਡ ਕਰਿਆ ਕਰ ਦੱਸਾਂਗੇ ਹਾਂਜੀ ਬਿਲਕੁਲ ਦੱਸਾਂਗੇ ਹੁਣ ਐ ਥੋੜਾ ਨਾ ਬੱਚਾ ਸੈਂਟੈਂਸ ਰੀਡ ਕਰ ਉਹਨੂੰ ਐ ਕਰਾਂਗੇ ਪਹਿਲਾਂ ਤੂੰ ਆ ਰੀਡ ਕਰ ਲੈ ਫਿਰ ਆ ਰੀਡ ਕਰ ਲੈ ਫਿਰ ਆ ਰੀਡ ਕਰ ਲੈ ਉਹਨੂੰ ਆਪਾਂ ਸਾਰਾ ਐਂ ਦੱਸਾਂਗੇ ਵੀ ਤੂੰ ਸਾਰਾ ਪੂਰਾ ਰੀਡ ਕਰ ਇਹ ਵੀ ਆਪਾਂ ਸ਼ੁਰੂ ਚ ਦੱਸਾਂਗੇ ਹੈਂਡਲਿੰਗ ਅ ਬੁੱਕ ਬੱਚੇ ਨੂੰ ਪਹਿਲਾਂ ਬੁੱਕ ਫੜਾਵਾਂਗੇ ਹਾਂਜੀ ਬਿਲਕੁਲ ਫੜਾਵਾਂਗੇ ਅੱਗੇ ਰੈਕੋਗਨਾਈਜ਼ਿੰਗ ਡਿਫਰੈਂਸ ਬਿਟਵੀਨ ਲੈਟਰਸ ਐਂਡ ਵਰਡਸ ਹਾਂਜੀ ਬੱਚੇ ਨੂੰ ਲੈਟਰਸ ਤੇ ਵਰਡਸ ਵਿੱਚ ਡਿਫਰੈਂਸ ਦੱਸਾਂਗੇ ਇਹ ਵੀ ਦੱਸਾਂਗੇ ਪਰ ਇਹਨਾਂ ਵਿੱਚ ਇੱਕ ਇਹੋ ਜਿਹੀ ਆਪਸ਼ਨ ਰਹੀ ਮੈਂ ਤੁਹਾਨੂੰ ਦੱਸੀ ਨਹੀਂ ਜਿਹੜੀ ਕਿ ਇਮਰਜੈਂਟ ਲਿਟਰੇਸੀ ਦਾ ਪਾਰਟ ਨਹੀਂ ਹੈਗੀ ਤੁਸੀਂ ਚੂਜ਼ ਕਰੋ ਕਿਹੜੀ ਹੋਏਗੀ ਹਾਂਜੀ ਮੈਂ ਤਾਂ ਚਾਰ ਹੀ ਦੱਸਦੇ ਹਾਂ ਤੁਸੀਂ ਚੂਜ਼ ਕਰੋ ਕਿਹੜੀ ਆਪਸ਼ਨ ਮੈਨੇ ਐਕਚੁਅਲੀ ਦੱਸਣੀ ਨਹੀਂ ਚਾਹੀਦੀ ਸੀ ਮੈਂ ਜਾਣ ਕੇ ਕਿਹਾ ਸੀ ਦੱਸੋ ਕਿਹੜੀ ਆਪਸ਼ਨ ਨਹੀਂ ਹੋਏਗੀ ਹੁਣ ਲਾਸਟ ਕੁਐਸਚਨ ਹੈ ਤੁਸੀਂ ਦੱਸੋ ਹਾਂਜੀ ਸੈਕਿੰਡ ਹੀ ਹੈ ਆਨਸਰ ਸੈਕਿੰਡ ਹੀ ਬਣੂਗਾ ਇਹਦਾ ਕਿਉਂ ਕਿਉਂਕਿ ਇਮਰਜੈਂਟ ਲਿਟਰੇਸੀ ਦਾ ਸ਼ੁਰੂਆਤੀ ਦੌਰ ਹੈ ਹੁਣ ਉਹਦੇ ਵਿੱਚ ਪੂਰੇ ਸੈਂਟੈਂਸ ਕਿੱਥੋਂ ਰੀਡ ਕਰਨਾ ਸਟਾਰਟ ਕਰ ਜੂਗਾ ਉਦੋਂ ਮੈਂ ਗਲਤ ਕਹਿ ਗਈ ਕਿਸੇ ਨੇ ਨਹੀਂ ਬੋਲਿਆ ਹਾਂਜੀ ਮੈਮ ਤੁਸੀਂ ਗਲਤ ਬੋਲ ਗਿਆ ਇਹ ਸੁਣੀ ਜਾਂਦੇ ਹੋ ਤੁਸੀਂ ਵੀ ਬੱਚਾ ਪੂਰੇ ਸੈਂਟੈਂਸ ਨਹੀਂ ਰੀਡ ਕਰੇਗਾ ਜੋ ਤੁਸੀਂ ਸ਼ੁਰੂਆਤੀ ਦੌਰ 'ਚ ਬੱਚੇ ਨੂੰ ਸਿਖਾਓਗੇ ਇਮਰਜੈਂਟ ਲਿਟਰੇਸੀ ਵਿੱਚ ਉਹਨੂੰ ਟੌਪ ਟੂ ਬਾਟਮ ਲੈਫਟ ਟੂ ਰਾਈਟ ਦੱਸੋਗੇ ਉਹਨੂੰ ਦੱਸੋਗੇ ਬੁੱਕ ਕਿਵੇਂ ਫੜਨੀ ਹੁੰਦੀ ਹੈ ਉਹ ਬੁੱਕਾਂ ਪੁੱਠੀ ਨਾ ਫੜ ਕੇ ਬਹਿ ਜੇ ਉਹਨੂੰ ਦੱਸੋਗੇ ਵੀ ਕੀ ਡਿਫਰੈਂਸ ਹੈ ਲੈਟਰ ਤੇ ਸ਼ਬਦਾਂ ਵਿੱਚ ਪਰ ਜੇ ਹੁਣ ਬੱਚਾ ਵਾਕ ਹੀ ਰੀਡ ਕਰਨ ਲੱਗ ਗਿਆ ਫਿਰ ਉਹ ਇਮਰਜੈਂਟ ਲਿਟਰੇਸੀ ਤੇ ਥੋੜਾ ਨਾ ਖੜਾ ਫਿਰ ਤੋਂ ਅੱਗੇ ਵਧ ਗਿਆ ਉਹ ਫਿਰ ਤਾਂ ਸ਼ੁਰੂਆਤੀ ਦੌਰ ਤੋਂ ਅੱਗੇ ਵਧ ਗਿਆ ਤਾਂ ਆਨਸਰ ਕੀ ਬਣੂਗਾ ਨਾ ਸੈਕਿੰਡ ਵਾਲਾ ਆਪਸ਼ਨ ਬਣੂਗਾ ਕਲੀਅਰ ਹੈ ਠੀਕ ਹੈ ਇਹ ਸੀ ਐਨਾਲਾਈਸਿਸ ਤੁਹਾਡੇ ਲੈਂਗੁਏਜ 1 ਤੇ ਲੈਂਗੁਏਜ 2 ਜੋ 7 ਫੈਬ ਨੂੰ ਆਪਣਾ ਐਗਜ਼ਾਮ ਹੋਇਆ ਸੀ ਸੀਟੈਟ ਦਾ ਠੀਕ ਹੈ ਉਦੋਂ ਬਾਅਦ ਜੋ 8 ਫੈਬ ਨੂੰ ਹੋਇਆ ਉਹਦੇ ਵੀ ਸੈਸ਼ਨਸ ਮੈਂ ਲੈ ਕੇ ਆਵਾਂਗੀ ਠੀਕ ਹੈ ਫਿਰ ਆਪਾਂ ਉਹ ਵੀ ਡਿਸਕਸ ਕਰਾਂਗੇ ਠੀਕ ਹੈ ਹੁਣ ਐਨਾਲਾਈਸਿਸ ਕਰਕੇ ਕੀ ਲੱਗ ਰਿਹਾ ਥਿਊਰੀ ਵਿੱਚ ਕੀਤਾ ਹੋਇਆ ਨਹੀਂ ਕੀਤਾ ਹੋਇਆ ਨਾ ਪਰ ਤੁਸੀਂ ਪੜ੍ਹਦੇ ਨਹੀਂ ਹੈਗੇ ਹਾਂਜੀ ਹੁਣ ਐ ਲੱਗ ਰਿਹਾ ਵੀ ਅਸੀਂ ਇੰਗਲਿਸ਼ ਪੈਡਾਗੋਜੀ ਅਟੈਂਪਟ ਕਰਨੀ ਸੀ ਰਹਿ ਗਈ ਸਾਡੀ ਸਾਰਾ ਜਿਹੜਾ ਤੁਹਾਨੂੰ ਕਰਵਾਇਆ ਸਾਰਾ ਥਿਊਰੀ ਵਿੱਚੋਂ ਕੀਤਾ ਬਸ ਕੁਐਸਚਨ ਜਸਟ ਮੋਲਡ ਹੋ ਕੇ ਆਉਂਦੇ ਆ ਬਾਕੀ ਸਾਰੇ ਕੁਐਸਚਨ ਸੇਮ ਅਗਰ ਮੈਂ ਇਹਦਾ ਕੰਪੈਰੀਜ਼ਨ ਕਰਾਂ ਤਾਂ ਪੇਪਰ ਦਾ ਲੈਵਲ ਮੋਡਰੇਟ ਹੈ ਕੋਈ ਜ਼ਿਆਦਾ ਆਪਾਂ ਈਜ਼ੀ ਨਹੀਂ ਕਹਿ ਸਕਦੇ ਹੁਣ ਜਿਨ੍ਹਾਂ ਨੇ ਨਹੀਂ ਪੜ੍ਹਿਆ ਉਹਨਾਂ ਵਾਸਤੇ ਡਿਫਿਕਲਟ ਹੋਏਗਾ ਆਪਾਂ ਬਹੁਤ ਈਜ਼ੀ ਨਹੀਂ ਕਹਿ ਸਕਦੇ ਬਹੁਤ ਡਿਫਿਕਲਟ ਨਹੀਂ ਕਹਿ ਸਕਦੇ ਮੋਡਰੇਟ ਹੈ ਤੁਹਾਡਾ ਪੇਪਰ ਦਾ ਲੈਵਲ ਬਟ ਉਹ ਵਾਲਾ ਆਇਆ ਹੋਇਆ ਜਿਹੜਾ ਤੁਹਾਨੂੰ ਪੜਾਇਆ ਹੋਇਆ ਥਿਊਰੀ ਵਿੱਚੋਂ ਜਿਹਨੇ ਥਿਊਰੀ ਦੇ ਸਾਰੇ ਲੈਕਚਰ ਲਗਾਏ ਆ ਕੁਐਸਚਨਸ ਕੀਤੇ ਆ ਉਹਦੇ ਵਾਸਤੇ ਬਹੁਤ ਈਜ਼ੀ ਹੋਊਗਾ ਕੁਐਸਚਨ ਜਸਟ ਮੋਲਡ ਕਰਕੇ ਆਇਆ ਬਾਕੀ ਕੁਐਸਚਨ ਜਮਾ ਸਟ੍ਰੇਟ ਫਾਰਵਰਡ ਪਏ ਆ ਜਿਵੇਂ ਕਿ ਹੋਲੋਫਰਾਸਟਿਕ ਵਾਲਾ ਕੁਐਸਚਨ ਬੱਚੇ ਨੂੰ ਲੱਗਦਾ ਵੀ ਉੱਥੋਂ ਕੁਐਸਚਨ ਨਹੀਂ ਬਣਦਾ ਦੇਖੋ ਉੱਥੋਂ ਕਿੰਨਾ ਸੋਹਣਾ ਕੁਐਸਚਨ ਬਣਾਇਆ ਹੋਇਆ ਉਹਨਾਂ ਨੇ ਹੋਲੋਫਰਾਸਟਿਕ ਵਾਲਾ ਠੀਕ ਹੈ ਜੀ ਤਾਂ ਥਿਊਰੀ ਤੇ ਧਿਆਨ ਦੇਣਾ ਆਪਾਂ ਪੀਐਸ ਟੈਟ ਦਾ ਵੀ ਪੇਪਰ ਏਦਾਂ ਹੀ ਅਟੈਂਪਟ ਕਰਨਾ ਠੀਕ ਹੈ ਜੀ ਥੈਂਕ ਯੂ